ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਹਿ ਮੰਦਰ। ਰਤਨ ਕੋਠੜੀ ਖੁਲੀ ਅਨੂਪਾ, ਪੋਥੀ ਪੁਰਾਣ ਕਮਾਈਐ। ਭਉ ਵੱਟੀ ਇਤ ਤਨ ਪਾਈਐ, ਸਚ ਬੂਝਣ ਆਣ ਜਲਾਈਐ। ਇਹ ਤੇਲ ਦੀਵਾਇਓ ਜਲੈ, ਕਰ ਚਾਨਣ ਸਾਹਿਬ ਤੋ ਮਿਲੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਏਹੀ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ। ਅੰਧੇ ਏਕ ਨ ਲਾਗਈ, ਜਿਉ ਬਾਂਸ ਬਜਾਈਐ ਫੂਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਕਰੁਣਾ ਹੈ, ਅਥਾਹ ਮਿਹਰਮਤ ਹੈ, ਅਪਾਰ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤ ਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਨਾਲ ਜੁੜ ਕੇ ਆਪਣੇ ਜੀਵਨ ਦੀ ਸਰਵ ਪੱਖੀ ਘਾੜਤ ਕੱਢਣ ਦਾ, ਸ਼ਬਦ ਦੇ ਕੀਰਤਨ ਦੁਆਰਾ ਆਪਣੇ ਜੀਵਨ ਨੂੰ ਨਾਮ ਰਸੀ ਅਵਸਥਾ ਵਾਲਾ ਬਣਾਉਣ ਦਾ ਅਵਸਰ ਬਖਸ਼ਿਸ਼ ਕਰਕੇ ਗੁਰੂ ਸਾਹਿਬ ਜੀ ਨੇ ਨਵਾਜ਼ਿਸ਼ ਕੀਤੀ ਹੈ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ
ਗੁਰੂ ਕੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅਭਿਆਸ ਵਿੱਚ ਜੁੜ ਬੈਠ ਕੇ ਮੰਨਣ ਦਾ ਯਤਨ ਕਰ ਰਹੇ ਹੋ ਜੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਮਿਹਰਾਮਤ ਹੈ, ਜਿੱਥੇ ਕੀਰਤਨ ਦੇ ਨਾਲ ਅਸੀਂ ਆਪਣੇ ਹਿਰਦੇ ਨੂੰ ਅੰਮ੍ਰਿਤ ਰਸ ਨਾਲ ਸਿੰਚਦੇ ਹਾਂ, ਸਾਡਾ ਜੀਵਨ ਸ਼ਾਂਤ ਰਸ ਦੇ ਵਿੱਚ ਢਲਦਾ ਹੈ, ਸਹਿਜ ਪਦ ਦਾ ਸਾਨੂੰ ਅਨੁਭਵ ਹੋਣ ਲੱਗਦਾ ਹੈ। ਉੱਥੇ ਸਤਿਗੁਰੂ ਸਾਹਿਬ ਜੀ ਨੇ ਬਾਣੀ ਦੀ ਵਿਚਾਰ ਰੂਪ ਅਮੋਲਕ ਗਿਆਨਮਈ ਰਤਨ ਸਾਨੂੰ ਆਪਣੀ ਬੁੱਧ ਅੰਦਰ, ਆਪਣੇ ਜੀਵਨ ਦਾ ਜਿਹੜਾ ਗੁਰਮੁਖੀ ਅਭਿਆਸ ਹੈ ਉਹਦੇ ਅੰਦਰ ਧਾਰਨ ਕਰਨ ਦਾ ਵੀ ਵਿਸ਼ੇਸ਼ ਬਖਸ਼ਿਸ਼ ਗੁਰੂ ਸਾਹਿਬ ਜੀ ਨੇ ਸਾਨੂੰ ਕੀਤੀ ਹੋਈ ਹੈ, ਜਿਸ ਨੂੰ ਆਪ ਜੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਦੁਆਰਾ ਗੁਰੂ ਕੀ ਗਿਆਨਮਈ ਬਖਸ਼ਿਸ਼ ਨੂੰ ਮਾਨਣ ਦਾ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਵਿਆਖਿਆ ਦੁਆਰਾ ਆਪ ਜੀ ਗੁਰੂ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰਦੇ ਹੋ। ਇਸ ਸ਼ਲੋਕ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ ਕਿ ਜੇ ਮਨੁੱਖ ਨੂੰ ਧਰਮ ਦੇ ਆਦਰਸ਼ ਦੀ ਠੀਕ ਸਮਝ ਨਾ ਆਵੇ, ਅਧਿਆਤਮ ਦਾ ਮੁੱਖ ਨੁਕਤਾ ਉਹਨੂੰ ਸਪਸ਼ਟ ਰੂਪ ਦੇ ਵਿੱਚ ਨਾ ਪਤਾ ਲੱਗੇ, ਤਾਂ ਮਨੁੱਖ ਕੁਝ ਐਸੇ ਯਤਨ ਆਰੰਭ ਕਰ ਦਿੰਦਾ ਹੈ ਜਿਹਦੇ ਨਾਲ ਉਹਦੇ ਜੀਵਨ 'ਚ ਸਮੱਸਿਆ ਦੋਹਰੀ ਹੋ ਜਾਂਦੀ ਹੈ। ਸ਼ਲੋਕ ਦੀ ਬਖਸ਼ਿਸ਼ ਸੀ ਮਾਇਆ ਤਜੀ ਤਾਂ ਕਿਆ ਪਿਆ, ਕਿ ਜੀਵਨ ਦੇ ਵਿੱਚ ਜਿਸ ਚੀਜ਼ ਨੂੰ ਮਾਇਆ ਦੇ ਪ੍ਰਭਾਵ ਨਾਲੋਂ, ਵਿਸ਼ਿਆਂ ਦੇ ਆਕਰਸ਼ਣ ਨਾਲੋਂ, ਪਦਾਰਥਾਂ ਦੇ ਮੋਹ ਨਾਲੋਂ ਤੋੜਨਾ ਹੈ, ਉਹ ਹੈ ਸਾਡਾ ਮਾਇਆ ਤੋਂ ਪ੍ਰਭਾਵਿਤ ਹੋਇਆ ਮਨ। ਤਾਂ ਗੁਰੂ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਕਈ ਵਾਰੀ ਅਣਜਾਣਤਾ ਵਿੱਚ ਜੀਵ ਮਾਇਆ ਨੂੰ ਛੱਡਣ ਦੇ ਨਾਲ ਹੀ ਸਮਝ ਲੈਂਦਾ ਹੈ, ਮਾਇਆ ਦੇ ਸਥੂਲ ਰੂਪ ਨੂੰ ਛੱਡਣ ਦੇ ਨਾਲ ਹੀ। ਸਥੂਲ ਰੂਪ ਦਾ ਭਾਵ ਹੈ ਜਿਵੇਂ ਧਨ ਹੈ, ਸੰਪੱਤੀ ਹੈ, ਪਦਾਰਥ ਨੇ, ਇਹ ਸਥੂਲ ਰੂਪ ਹੈ ਕਿ ਜਿਹੜਾ ਪਕੜਿਆ ਜਾ ਸਕਦਾ ਹੈ ਹੱਥ ਨਾਲ। ਇਸ ਨੂੰ ਛੱਡਣ ਦੇ ਨਾਲ ਹੀ ਆਪਣਾ ਜੀਵਨ ਉੱਤਮ ਸਮਝਦਾ ਹੈ, ਪਰ ਅਧਿਆਤਮ ਦੀ ਵਿਚਾਰ ਦੇ ਨਾਲ ਇਹ ਨਹੀਂ ਸਮਝਦਾ ਕਿ ਪਦਾਰਥ ਨੂੰ ਸਥੂਲ ਰੂਪ ਦੇ ਵਿੱਚ ਛੱਡਣ ਦੇ ਬਾਵਜੂਦ ਵੀ, ਸੰਬੰਧਾਂ ਦੇ ਮੋਹ ਨੂੰ ਨਿਕਟ ਰੂਪ ਦੇ ਵਿੱਚ ਤਿਆਗਣ ਤੋਂ ਬਾਅਦ ਵੀ ਮਨ ਅੰਦਰ ਮੋਹ, ਲੋਭ ਅਜੇ ਵੀ ਵਿਆਪਤ ਹੈ, ਮਾਨ ਅਜੇ ਵੀ ਵਿਆਪਤ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਚੇਤਨ ਕੀਤਾ ਸੀ ਕਿ ਜਦੋਂ ਤਿਆਗ ਕਰਨਾ ਹੈ, ਜਦੋਂ ਆਪਣੇ ਆਪ ਨੂੰ ਨਿਰਲੇਪ ਕਰਨਾ ਹੈ, ਆਪਣੇ ਆਪ ਨੂੰ ਮੁਕਤ ਕਰਨਾ ਹੈ, ਤਾਂ ਉਦੋਂ ਆਪਣੇ ਅੰਤਰੀਵ ਦੀ ਵਿਚਾਰ ਕੀਤੀ ਜਾਵੇ। ਜੇ ਅੰਤਰੀਵ ਪਦਾਰਥਾਂ ਦੇ ਆਕਰਸ਼ਣ ਤੋਂ, ਵਿਸ਼ਿਆਂ ਦੀ ਵਾਸ਼ਨਾ ਤੋਂ ਮੁਕਤ ਹੈ, ਤਾਂ ਬਾਹਰੀ ਭਾਵੇਂ ਕਿੱਡਾ ਵੱਡਾ ਵੀ ਪਸਾਰ ਕਿਉਂ ਨਾ ਹੋਵੇ, ਉਹਦਾ ਕੋਈ ਬਹੁਤ ਗਹਿਰਾ ਅਰਥ ਨਹੀਂ ਬਣਦਾ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਵਿੱਚ ਗੁਰੂ ਸਰੂਪ ਤੇ ਗੁਰੂ ਦੀ ਪ੍ਰਮੁੱਖ ਮਿਹਰਾਮਤ ਦਾ ਜ਼ਿਕਰ ਕਰਦੇ ਹਨ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ। ਆਖਦੇ ਹਨ ਕਿ ਮੈਨੂੰ ਪੂਰਨ ਸਤਿਗੁਰੂ ਦੀ ਪ੍ਰਾਪਤੀ ਹੋਈ, ਜਿਹਦੇ ਸਦਕਾ ਉਸ ਗੁਰੂ ਦੀ ਪ੍ਰਾਪਤੀ ਤੋਂ ਬਾਅਦ ਇੱਕ ਸ਼ਬਦ ਦਾ ਉਪਦੇਸ਼ ਰੂਪ ਬਾਣ ਮੈਨੂੰ ਲੱਗਿਆ, ਜਿਹਦੇ ਸਦਕਾ ਲਾਗਤ ਹੀ ਭੋਏ ਮਿਲ ਗਿਆ। ਜਿਸ ਬਾਣ ਦੇ ਹਿਰਦੇ ਵਿੱਚ ਵੱਜਣ ਦੇ ਨਾਲ ਹੀ, ਜਿਸ ਤੀਰ ਦੇ ਹਿਰਦੇ ਅੰਦਰ ਲੱਗਣ ਨਾਲ ਹੀ ਕਲੇਜੇ ਵਿੱਚ ਛੇਕ ਹੋ ਗਿਆ ਤੇ ਮੈਂ ਜ਼ਮੀਨ 'ਤੇ ਡਿੱਗ ਪਿਆ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤਾ ਨਿਗਾਹ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ।
ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਤਿਭਾ ਕਮਾਉਣੀ ਹੋਵੇ ਤਾਂ ਉਹਨੂੰ ਇੱਕ ਕਾਮਲ ਮੁਰਸ਼ਿਦ ਦੀ ਲੋੜ ਹੁੰਦੀ ਹੈ, ਇੱਕ ਪ੍ਰਵੀਨ ਉਸਤਾਦ ਦੀ ਲੋੜ ਹੁੰਦੀ ਹੈ। ਦੁਨਿਆਵੀ ਨੁਕਤਿਆਂ ਤੋਂ ਇਹਦੀ ਮਹੱਤਤਾ ਵੀ ਬੜੀ ਗਹਿਰੀ ਹੈ, ਪਰ ਅਧਿਆਤਮ ਦੇ ਵਿੱਚ ਹੋਰ ਵੀ ਗਹਿਰੀ ਹੋ ਜਾਂਦੀ ਹੈ ਕਿ ਜਿਸ ਮੁਰਸ਼ਿਦ ਦੇ ਨਾਲ, ਜਿਸ ਗੁਰੂ ਸਰੂਪ ਦੇ ਨਾਲ ਅਸੀਂ ਜੁੜਨਾ ਹੈ, ਜੇ ਉਹ ਸਾਨੂੰ ਸਾਡੇ ਜੀਵਨ ਦਾ ਸਮੁੱਚਾ ਅਨੁਭਵ ਹਿਰਦੇ ਘਰ ਦੇ ਅੰਦਰ ਵੱਖੋ ਵੱਖ ਰੂਪਾਂ ਦੇ ਵਿੱਚ ਦਿਖਾ ਨਹੀਂ ਦਿੰਦਾ ਤਾਂ ਫਿਰ ਉਹ ਸਾਡੇ ਜੀਵਨ ਦਾ ਕਲਿਆਣ ਕਿਵੇਂ ਕਰੇਗਾ। ਜਿਵੇਂ ਪ੍ਰਮਾਣ ਹੈ, ਭਾਵੇਂ ਵੈਦ ਦੇ ਕੋਲ ਵੈਦਗੀ ਦੀ ਸ਼ਿਫਾ ਹੈ, ਉਹਦੇ ਕੋਲ ਆਪਣੀ ਦਵਾ ਦੇ ਨਾਲ ਤੰਦਰੁਸਤੀ ਕਰਨ ਦਾ ਤਾਣ ਹੈ, ਪਰ ਉਹ ਦਵਾ ਤੋਂ ਪਹਿਲਾਂ ਰੋਗੀ ਦੇ ਰੋਗ ਦੀ ਸ਼ਨਾਖਤ ਕਰਦਾ ਹੈ, ਉਹਦੇ ਲੱਛਣ ਬੁੱਝਦਾ ਹੈ, ਲੱਛਣ ਪੁੱਛਦਾ ਹੈ। ਜੇ ਰੋਗੀ ਨਾ ਵੀ ਦੱਸੇ ਤੇ ਜਿਹੜੇ ਤਗੜੇ ਵੈਦ ਹੁੰਦੇ ਨੇ, ਬਹੁਤ ਅਨੁਭਵੀ, ਉਹ ਬੰਦੇ ਦੇ ਮੂੰਹ ਤੋਂ ਬਹੁਤ ਸਾਰੇ ਰੋਗਾਂ ਦਾ ਅੰਦਾਜ਼ਾ ਲਗਾ ਲੈਂਦੇ ਨੇ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਜਦੋਂ ਸਾਚਾ ਸ਼ਬਦ ਵਰਤਿਆ ਹੈ ਤਾਂ ਇਸ ਸਾਚੇ ਸ਼ਬਦ ਦਾ ਬੜਾ ਗਹਿਰਾ ਭਾਵ ਇਹ ਹੈ, ਕਿਉਂਕਿ ਅਧਿਆਤਮ ਦੇ ਵਿੱਚ, ਦੁਨੀਆ ਦੇ ਨੁਕਤੇ ਦੇ ਵਿੱਚ ਬੰਦੇ ਨੇ ਕੋਈ ਹੁਨਰ ਸਿੱਖਣਾ ਤਾਂ ਕਾਮਲ ਬੰਦੇ ਮਿਲ ਜਾਂਦੇ ਨੇ, ਅਕਸਰ ਮਿਲ ਜਾਂਦੇ ਨੇ, ਬਹੁਤ ਵੱਡੇ ਪੜ੍ਹਾਈ ਦੇ ਨੁਕਤੇ ਤੋਂ, ਕਾਰੋਬਾਰ ਦੇ ਨੁਕਤੇ ਤੋਂ। ਪਰ ਅਧਿਆਤਮ ਵਿੱਚ ਥੋੜ੍ਹੀ ਇਹ ਸਮੱਸਿਆ ਥੋੜ੍ਹੀ ਟੇਢੀ ਚੱਲਦੀ ਹੈ। ਮਿਲ ਬਹੁਤ ਜਾਂਦੇ ਨੇ ਪਰ ਕਾਮਲ ਨਹੀਂ ਹੁੰਦੇ, ਖੁਦ ਵੀ ਅਧੂਰੇ ਹੁੰਦੇ ਨੇ, ਦੂਸਰੇ ਨੂੰ ਵੀ ਅਧੂਰੇਪਣ 'ਚ ਰੱਖਦੇ ਨੇ। ਤਾਂ ਕਰਕੇ ਜਦੋਂ ਵੀ ਗੁਰਬਾਣੀ ਵਿੱਚ ਜੋ ਵੀ ਸ਼ਬਦ ਹੈ ਉਹਦਾ ਗਹਿਰਾ ਅਰਥ ਹੈ। ਅੱਜ ਵੀ ਆਪ ਜੀ ਅਧਿਆਤਮ ਦਾ ਸਿਲਸਿਲਾ ਦੇਖੋ, ਬੜਾ ਕੁਝ ਐਸਾ ਚੱਲ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਮੈਨੂੰ ਪੂਰਨ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ। ਉਹ ਪੂਰਨ ਸਤਿਗੁਰੂ ਜਿਹਨੇ ਪਹਿਲਾਂ ਮੇਰੇ ਰੋਗ ਦੀ ਸ਼ਨਾਖਤ ਕੀਤੀ ਹੈ, ਪਹਿਲਾਂ ਉਹਨੇ ਸਭ ਤੋਂ, ਰੋਗ ਤੋਂ ਵੀ ਪਹਿਲਾਂ ਮੈਨੂੰ ਦੱਸਿਆ ਕਿ ਤੇਰਾ ਸਰੀਰ, ਤੇਰਾ ਜੀਵਨ ਬੜਾ ਨਿਰਮੋਲ ਹੈ, ਅਤੇ ਇਸ ਸਰੀਰ ਜੀਵਨ ਨੂੰ ਜੇ ਰੋਗ ਲੱਗੇ ਰਹੇ ਤਾਂ ਫਿਰ ਜੀਵਨ ਦੇ ਪੂਰਾ ਅਰਥ ਨਹੀਂ ਮਿਲੇਗਾ। ਇਸ ਕਰਕੇ ਜੀਵਨ ਨੂੰ ਰੋਗਾਂ ਤੋਂ ਮੁਕਤ ਕਰਨਾ ਪੈਣਾ। ਕਹਿੰਦੇ ਸਭ ਤੋਂ ਪਹਿਲਾਂ ਰੋਗਾਂ ਦੀ ਸ਼ਨਾਖਤ ਕਰਵਾਈ, ਫਿਰ ਰੋਗਾਂ ਦੇ ਭਿਆਨਕ ਪ੍ਰਭਾਵ ਦੱਸੇ, ਫਿਰ ਉਹਨਾਂ ਭਿਆਨਕ ਪ੍ਰਭਾਵਾਂ ਤੋਂ ਕੇਵਲ ਰੋਗ ਹੀ ਨਹੀਂ ਦੱਸਿਆ, ਉਹਦੇ ਤੋਂ ਮੁਕਤ ਕਰਨ ਦਾ ਇੱਕ ਢੰਗ ਵੀ ਦੱਸਿਆ। ਜਿੰਨਾ ਚਿਰ ਉਹਦੀ ਮੁਕਤ ਕਰਨ ਦਾ ਢੰਗ ਆਪਣੇ ਤਲ 'ਤੇ ਯਤਨ ਕਰਦੇ ਰਹੇ ਉਹਨਾਂ ਚਿਰ ਤਾਂ ਠੀਕ ਰਿਹਾ, ਪਰ ਜਦ ਆਪਣੇ ਯਤਨ ਦੇ ਨਾਲ ਗੱਲ ਵੱਸ ਨਾ ਆਈ ਤਾਂ ਸਤਿਗੁਰੂ ਵੈਦ ਨੇ, ਸਤਿਗੁਰੂ ਨੇ ਆਪਣੇ ਸ਼ਬਦ ਨੂੰ ਬਾਣ ਰੂਪ ਦੇ ਵਿੱਚ ਚਲਾ ਕੇ ਸਾਡੇ ਪ੍ਰਥਾਏ ਪ੍ਰਤੀ ਚਲਾਇਆ, ਜਿਹਦੇ ਨਾਲ ਜਿਹੜੀ ਸਾਡੀ ਅਸਾਧ ਅਵਸਥਾ ਸੀ, ਜਿਹੜੀ ਆਪਣੇ ਯਤਨ ਦੇ ਨਾਲ ਨਹੀਂ ਸੀ ਸਾਧੀ ਜਾ ਸਕਦੀ, ਜਿਸ ਹਾਉ ਦੇ ਰੋਗ ਤੋਂ ਆਪਣੇ ਅਕਲੀ ਯਤਨ ਦੇ ਨਾਲ ਨਹੀਂ ਛੁੱਟਿਆ ਜਾ ਸਕਦਾ ਸੀ, ਜਿਹੜੇ ਵਿਸ਼ਿਆਂ ਵਿਕਾਰਾਂ ਦੀ ਪਕੜ ਤੋਂ ਆਪਣੀ ਬੰਦਗੀ ਦੇ ਤਾਣ ਨਾਲ ਪੂਰੀ ਤਰ੍ਹਾਂ ਨਹੀਂ ਸੀ ਮੁਕਤ ਹੋਇਆ ਜਾ ਸਕਦਾ। ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਤਿਗੁਰੂ ਦੇ ਸ਼ਬਦ ਨੇ ਪਹਿਲਾਂ ਉਪਦੇਸ਼ ਰੂਪ ਦਿੱਤਾ, ਉਸ ਉਪਦੇਸ਼ ਨੂੰ ਜੀਵਨ ਦੇ ਵਿੱਚ ਢਾਲਦੇ ਗਏ, ਪਰ ਜਦ ਪੂਰਨ ਤਰ੍ਹਾਂ ਰੋਗ ਤੋਂ ਮੁਕਤ ਨਾ ਹੋਏ ਤਾਂ ਫਿਰ ਸਤਿਗੁਰੂ ਨੇ ਆਪਣੇ ਸ਼ਬਦ ਦਾ ਬਾਣ ਰੂਪ ਚਲਾਇਆ, ਭਾਵ ਕਿ ਤੀਰ ਰੂਪ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਕਿ ਉਸ ਸਤਿਗੁਰੂ ਨੇ ਆਪਣੇ ਸ਼ਬਦ ਰੂਪ ਬਾਣ ਦੇ ਨਾਲ ਇੱਕ ਮੇਰੀ ਤਰਫ ਤੀਰ ਚਲਾਇਆ ਹੈ। ਹੁਣ ਜਦੋਂ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਹਨ ਸ਼ਬਦ ਜੋ ਬਾਹਿਆ ਏਕ, ਤਾਂ ਉਹਦਾ ਭਾਵ ਇਹ ਹੈ ਕਿ ਏਕ ਸ਼ਬਦ ਸਾਨੂੰ ਗਹਿਰੀ ਸਮਝ ਦਿੰਦਾ ਹੈ ਕਿ ਜੀਵਨ ਦੇ ਵਿੱਚ ਦਵੈਤ ਹੈ। ਦਵੈਤ ਦਾ ਭਾਵ ਅਸੀਂ ਜੰਮਣ ਅਤੇ ਮਰਨ ਨੂੰ ਦੋ ਸਥਿਤੀਆਂ ਮੰਨਦੇ ਹਾਂ। ਜੀਵਨ ਦੇ ਵਿੱਚ ਦਵੈਤ ਇਸ ਤਰ੍ਹਾਂ ਵੀ ਹੈ, ਇੱਕ ਅਸੀਂ ਮਨ ਮੰਨਦੇ ਹਾਂ, ਇੱਕ ਤਨ ਮੰਨਦੇ ਹਾਂ, ਇੱਕ ਸੁਰਤ ਮੰਨਦੇ ਹਾਂ। ਇਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਹਰ ਇੱਕ ਪੱਖ ਤੋਂ ਦਵੈਤ ਆ, ਭਾਵ ਕਿ ਅਸੀਂ ਡੂਅਲਿਸਟਿਕ ਜੀਵਨ ਜਿਉ ਰਹੇ ਹਾਂ। ਅਸੀਂ ਆਪਣੇ ਜੀਵਨ ਨੂੰ ਹਰੇਕ ਪੱਖ ਤੋਂ ਦੋ ਦੋ ਨੁਕਤਿਆਂ ਦੁਆਰਾ ਵਾਚਦੇ ਹਾਂ। ਸ਼ਬਦ ਜੋ ਬਾਹਿਆ ਏਕ ਦਾ ਭਾਵ ਹੈ ਕਿ ਜਦ ਸਤਿਗੁਰੂ ਦੇ ਸ਼ਬਦ ਦੀ ਦ੍ਰਿਸ਼ਟੀ ਪ੍ਰਾਪਤ ਹੋਈ ਤਾਂ ਚੀਜ਼ਾਂ ਦੇ ਦਵੈਤ ਵਾਲੇ ਰੂਪ ਬਿਨਸਣੇ ਸ਼ੁਰੂ ਹੋ ਗਏ। ਸਤਿਗੁਰੂ ਦੇ ਸ਼ਬਦ ਨਾਲ ਸਭ ਤੋਂ ਪਹਿਲਾਂ ਸਮਝ ਆਈ ਕਿ ਜੰਮਣ ਮਰਨ ਸਰੀਰ ਦੀ ਅਵਸਥਾ ਹੈ, ਜਿਹੜੀ ਆਤਮਿਕ ਜੀਵਨ ਦੀ ਅਵਸਥਾ ਹੈ ਉਹ ਇੱਕੋ ਹੈ, ਉਹ ਨਾ ਜੰਮਣ 'ਚ ਹੈ ਨਾ ਮਰਨ 'ਚ ਹੈ। ਇਸ ਕਰਕੇ ਗੁਰੂ ਭਗਤ ਕਬੀਰ ਸਾਹਿਬ ਨੇ ਕਿਹਾ ਸ਼ਬਦ ਜੋ ਬਾਹਿਆ ਏਕ,
ਏਕ ਦੇ ਕੱਕੇ ਨਾ ਔਂਕੜੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨਨੇ ਏਕ ਤਵ ਦਾ ਗਿਆਨ ਕਰਵਾਇਆ। ਏਕ ਤਵ ਦਾ ਗਿਆਨ ਭਾਵ ਕੀ ਹੁੰਦਾ ਹੈ? ਹੁਣ ਅਸੀਂ ਆਪਣੇ ਜੀਵਨ ਦਾ ਆਰੰਭ ਮੰਨਦੇ ਹਾਂ ਜਨਮ ਨਾਲ, ਅੰਤਮ ਮੰਨਦੇ ਹਾਂ ਮੌਤ ਨਾਲ। ਇਹ ਦੋ, ਜੀਵਨ ਇੱਕ ਹੈ ਪਰ ਇਹਦੀ ਆਰੰਭਣਾ, ਇਹਦੀ ਸਮਾਪਤਾ ਨੂੰ ਦੋ ਸਥਿਤੀਆਂ ਵਿੱਚ ਮੰਨ ਰਹੇ ਹਾਂ। ਅਤੇ ਇਹ ਸਾਡੀ ਸਰੀਰਕ ਦ੍ਰਿਸ਼ਟੀ ਹੈ। ਜਿਹੜਾ ਸਤਿਗੁਰੂ ਦਾ ਸ਼ਬਦ ਦਾ ਤੀਖਣ ਗਿਆਨ ਹੈ ਉਹ ਸਾਨੂੰ ਗਿਆਤ ਕਰਵਾਉਂਦਾ ਹੈ ਕਿ ਸਰੀਰ ਤਾਂ ਇੱਕ ਸਾਧਨ ਰੂਪ ਹੈ, ਅਸਲ ਸਾਡਾ ਸਰੂਪ ਆਤਮ ਹੈ, ਜਿਹਨੂੰ ਇਹ ਸਰੀਰ ਦਾ ਚੋਲਾ ਧਾਰਨ ਕਰਨਾ ਪੈਂਦਾ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸ਼ਬਦ ਜੋ ਬਾਹਿਆ ਏਕ, ਜਿਸ ਗੁਰੂ ਨੇ ਸਾਨੂੰ ਸਭ ਤਰ੍ਹਾਂ ਦੇ ਦਵੈਤ ਵਿੱਚੋਂ ਕੱਢ ਕੇ ਏਕ ਤਵ ਦੀ ਬੁੱਧੀ ਬਣਾਈ ਹੈ। ਏਕ ਤਵ ਦਾ ਭਾਵ ਇਹ ਹੈ ਕਿ ਭਾਵੇਂ ਚੀਜ਼ਾਂ ਦੇ ਹਜ਼ਾਰ ਵਰਤਾਰੇ ਸਾਡੇ ਸਾਹਮਣੇ ਚੱਲ ਰਹੇ ਹੋਣ, ਪਰ ਉਹਨਾਂ ਦੇ ਰੂਪ ਵੀ ਵੱਖੋ ਵੱਖਰੇ ਹੋਣ, ਹਾਲਾਤ ਵੀ ਵੱਖੋ ਵੱਖਰੇ ਹੋਣ, ਪਰ ਉਹਨਾਂ ਦੀ ਅੰਦਰੂਨੀ ਇਕਸੁਰਤਾ ਬੁੱਝ ਲੈਣੀ। ਅੰਦਰੂਨੀ ਇਕਸੁਰਤਾ ਬੁੱਝਣੀ ਕਿਵੇਂ ਹੁੰਦੀ ਹੈ? ਜਿਵੇਂ ਉਦਾਹਰਨ ਦੇ ਤੌਰ 'ਤੇ ਦਿਨ ਅਤੇ ਰਾਤ ਦਾ ਖੇਲ ਹੈ। ਅੰਦਰੂਨੀ ਇਕਸੁਰਤਾ, ਬਾਹਰੋਂ ਤਾਂ ਚੀਜ਼ਾਂ ਦਾ ਕੋਈ ਰੂਪ ਰੰਗ ਰਲਦਾ ਹੀ ਨਹੀਂ ਕਦੀ ਵੀ, ਪਰ ਜਿਹੜੀ ਏਕ ਤਵ ਦਾ ਗਿਆਨ ਹੁੰਦਾ ਉਹਦੇ ਅੰਦਰੋਂ ਚੀਜ਼ਾਂ ਦੀ ਅੰਦਰੂਨੀ ਇਕਸੁਰਤਾ ਬੁੱਝਣੀ ਪੈਂਦੀ ਹੈ। ਦਿਨ ਰਾਤ ਦਾ ਖੇਲ ਹੈ। ਜਦ ਸੂਰਜ ਉਦੈ ਹੁੰਦਾ ਹੈ ਅਸੀਂ ਦਿਨ ਕਹਿੰਦੇ ਹਾਂ, ਜਦ ਚੰਦਰਮਾ ਜਦ ਸੂਰਜ ਛਿਪ ਜਾਂਦਾ ਰਾਤ ਹੋ ਜਾਂਦੀ, ਰਾਤ ਸਮੇਂ ਚੰਦਰਮਾ ਕਰਦਾ ਹੈ। ਇਸ ਨੂੰ ਅਸੀਂ ਦੋ ਸਥਿਤੀਆਂ ਵਿੱਚ ਸਮਝ ਰਹੇ ਹਾਂ ਕਿ ਦਿਨ ਅਤੇ ਰਾਤ ਵੱਖ-ਵੱਖ ਹੈ। ਪਰ ਜਿਹਦੀ ਅੰਦਰੂਨੀ ਇਕਸੁਰਤਾ ਦੇਖਾਂਗੇ ਤਾਂ ਹੋਏਗਾ ਕਿ ਜਦੋਂ ਤੱਕ ਸੂਰਜ ਦੀ ਰੌਸ਼ਨੀ ਮੌਜੂਦ ਰਹਿੰਦੀ ਹੈ ਉਸ ਰੌਸ਼ਨੀ ਨੂੰ ਅਸੀਂ ਚਾਨਣ ਕਹਿੰਦੇ ਹਾਂ। ਜਦ ਉਹਦੀ ਰੌਸ਼ਨੀ ਦੂਰ ਹੋ ਜਾਂਦੀ ਹੈ ਉਸ ਨੂੰ ਅਸੀਂ ਹਨੇਰਾ ਰਾਤ ਕਹਿੰਦੇ। ਇਹਦਾ ਭਾਵ ਕਿ ਇਹ ਦਿਨ ਰਾਤ ਦਾ ਖੇਲ ਅਸਲ ਦੇ ਵਿੱਚ ਸੂਰਜ ਨਾਲ ਜੁੜਿਆ ਹੋਇਆ। ਅੰਦਰੂਨੀ ਇਕਸੁਰਤਾ ਇਹ ਹੈ। ਉਂਝ ਵੱਖੋ ਵੱਖ ਲੱਗ ਰਹੇ ਨੇ ਪਰ ਅੰਦਰੂਨੀ ਇਕਸੁਰਤਾ ਕੀ ਹੈ ਕਿ ਸੂਰਜ ਚੜ੍ਹਨ ਨਾਲ ਦਿਨ ਉਦੈ ਹੈ, ਸੂਰਜ ਛਿਪਣ ਨਾਲ ਰਾਤ ਹੈ। ਇਸ ਕਰਕੇ ਵੱਖਰੇ ਨਹੀਂ, ਇਹ ਬਣ ਭਾਵੇਂ ਦੋ ਗਏ ਨੇ ਪਰ ਉਪਜਦੇ ਇਹ ਇੱਕ ਤੋਂ ਹੀ ਹਨ। ਇੰਝ ਸਾਡਾ ਜਨਮ ਮੌਤ ਹੈ, ਭਾਵੇਂ ਦੋ ਪਰਿਸਥਿਤੀਆਂ ਕਰਕੇ ਬਣਿਆ ਪਰ ਹੈ ਇਹ ਇੱਕ ਰੂਪ ਦੇ ਵਿੱਚ ਕਿ ਜਦੋਂ ਆਤਮ ਸਰੀਰ ਵਿੱਚ ਆਉਂਦਾ ਹੈ ਉਦੋਂ ਜਨਮ ਵਾਪਰਦਾ ਅਤੇ ਜਦੋਂ ਆਤਮ ਸਰੀਰ ਤੋਂ ਬਾਹਰ ਚਲਿਆ ਜਾਂਦਾ ਹੈ ਉਦੋਂ ਮੌਤ ਵਾਪਰਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਸਤਿਗੁਰੂ ਨੇ ਆਪਣੇ ਸ਼ਬਦ ਦੇ ਬਾਣ ਨਾਲ ਮੈਨੂੰ ਪਹਿਲਾਂ ਹੀ ਗਿਆਨ ਇਹ ਕਰਵਾਇਆ ਕਿ ਜੀਵਨ ਦੀ ਅਵਸਥਾ ਇੱਕ ਨਾਲ ਇੱਕ ਰੂਪ ਦੇ ਵਿੱਚ ਅਭੇਦ ਹੋਣਾ ਹੈ, ਦੋਹਰੇ ਨਹੀਂ ਹੋਣਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸ਼ਬਦ ਜੋ ਬਾਹਿਆ ਏਕ। ਔਰ ਭਗਤ ਕਬੀਰ ਸਾਹਿਬ ਜੀ ਨੇ ਜਿਹੜਾ ਰੂਪਕ ਵਰਤਿਆ ਉਹ ਵੀ ਬੜਾ ਕਮਾਲ ਦਾ ਹੈ। ਕਿਹਾ ਕਿ ਮੈਨੂੰ ਸਤਿਗੁਰੂ ਨੇ ਤੀਰ ਮਾਰੇ। ਹੁਣ ਜਦੋਂ ਭਗਤ ਕਬੀਰ ਸਾਹਿਬ ਜੀ ਤੀਰ ਕਹਿ ਰਹੇ ਨੇ ਤਾਂ ਇਹਦਾ ਭਾਵ ਇਹ ਹੈ ਕਿ ਕਈ ਵਾਰੀ ਜਿਵੇਂ ਹੁਣ ਸ਼ਬਦ ਦਾ ਗਿਆਨ ਅਸੀਂ ਲੈਂਦੇ ਹਾਂ, ਰੋਜ਼ਾਨਾ ਅਸੀਂ ਕਥਾ ਸੁਣਦੇ ਹਾਂ, ਬਹੁਤ ਦਫਾ ਸੁਣੀ ਹੈ, ਬੜੀ ਦਫਾ ਸਾਨੂੰ ਸਤਿਗੁਰੂ ਸ਼ਬਦ ਦਾ ਆਛਾ ਭੁੱਲ ਜਾਂਦਾ ਹੈ, ਨਹੀਂ ਯਾਦ ਰਹਿੰਦਾ। ਤਾਂ ਫਿਰ ਸਤਿਗੁਰੂ ਜਿਹੜਾ ਸਾਚਾ ਸਤਿਗੁਰੂ ਹੈ ਉਹ ਪਹਿਲਾਂ ਬਾਣੀ ਦੁਆਰਾ ਆਪਣੇ ਸਿੱਖ ਦੇ ਉਪਦੇਸ਼ ਨੂੰ ਨਵਾਜਦਾ, ਸਿੱਖ ਨੂੰ ਉਪਦੇਸ਼ ਦੁਆਰਾ ਨਵਾਜਦਾ, ਬਾਣੀ ਦੁਆਰਾ। ਸ਼ਬਦ ਦੀ ਰਹਿਮਤ ਬਾਣੀ ਦੁਆਰਾ ਗਿਆਨ ਕਰਾਉਂਦਾ ਹੈ। ਜੇ ਤਾਂ ਸਿੱਖ ਦਾ ਜੀਵਨ ਸਤਰਕ ਹੋਵੇ ਤਾਂ ਉਹ ਉਪਦੇਸ਼ ਦੇ ਨਾਲ ਹੀ, ਬਾਣੀ ਉਪਦੇਸ਼ ਦੇ ਨਾਲ ਹੀ ਹੱਲ ਹੋ ਜਾਂਦਾ ਹੈ। ਪਰ ਜਦੋਂ ਸਾਚਾ ਸਤਿਗੁਰੂ ਦੇਖ ਲੈਂਦਾ ਹੈ ਕਿ ਸ਼ਬਦ ਦਾ ਉਪਦੇਸ਼ ਤਾਂ ਰੋਜ਼ ਸਿੱਖ ਸ਼ਰਵਣ ਕਰ ਰਿਹਾ ਹੈ, ਇਹਦੇ ਮਨ ਦੀ ਹਾਲਤ, ਇਹਦੇ ਜੀਵਨ ਦੀ ਹਾਲਤ, ਇਹਦੀ ਸਮੁੱਚਾ ਜਿਹੜਾ ਜੀਵਨ ਹੈ ਉਹ ਸ਼ਬਦ ਦੇ ਅਨੁਸਾਰ ਢਲ ਨਹੀਂ ਰਿਹਾ, ਤਾਂ ਫਿਰ ਸ਼ਬਦ ਦਾ ਬਾਣ ਚਲਾਉਂਦਾ। ਬਾਣ ਚਲਾਉਣ ਦਾ ਭਾਵ ਉਂਝ ਤੀਰ ਕਿਸੇ ਵੱਲ ਫੜ ਕੇ ਮਾਰੀਏ ਤਾਂ ਸ਼ਾਇਦ ਕਿਸੇ ਨੂੰ ਜ਼ਖਮ ਨਾ ਕਰੇ। ਸਤਿਗੁਰੂ ਫਿਰ ਆਪਣੇ ਸ਼ਬਦ ਦੇ ਵਿੱਚ ਉਹ ਤਾਣ, ਉਹ ਪ੍ਰਭਾਵਿਤ ਕਰਨ ਦੀ ਸਮਰੱਥਾ ਅਤੇ ਉਹ ਅਗਲੇ ਨੂੰ ਵਿੰਨਣ ਦੀ ਸਮਰੱਥਾ ਪਾਉਂਦੇ ਹਨ, ਜਿਹਦੇ ਨਾਲ ਜਿਸ ਵਾਕ ਨੂੰ ਅਸੀਂ ਪਹਿਲਾਂ ਸਧਾਰਨ ਰੂਪਾਂ ਦੇ ਵਿੱਚ ਸੁਣਦੇ ਹਾਂ ਅਤੇ ਬਹੁਤਾ ਅਸਰ ਨਹੀਂ ਕਬੂਲਦੇ, ਪਰ ਜਦੋਂ ਸ਼ਬਦ ਦੇ ਉਪਦੇਸ਼ ਨੂੰ ਸਤਿਗੁਰੂ ਆਪਣੀ ਦੈਵੀ ਸੱਤਾ ਦੇ ਤਾਣ ਨਾਲ, ਆਪਣੀ ਭਗਤੀ ਦੀ ਅਜ਼ਮਤ ਦੇ ਨਾਲ ਚਲਾਉਂਦੇ ਨੇ, ਤਾਂ ਫਿਰ ਉਹ ਜਿਹੜਾ ਸ਼ਬਦ ਦਾ ਉਪਦੇਸ਼ ਹੈ ਉਹ ਬਾਣ ਵਾਂਗ ਹਿਰਦੇ ਦੇ ਆਰ ਪਾਰ ਹੋ ਜਾਂਦਾ ਹੈ। ਇਸ ਕਰਕੇ ਜਦੋਂ ਜੇ ਆਪ ਜੀ ਜੰਗ ਦਾ ਨੁਕਤਾ ਦੇਖੋ ਤਾਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਜੰਗਾਂ ਹੁੰਦੀਆਂ ਸਨ ਤਾਂ ਜਿਹੜੇ ਮਾਹਰ ਨਿਸ਼ਾਨੇਬਾਜ਼ ਹੁੰਦੇ ਸਨ ਉਹ ਉੱਚੀ ਥਾਂ 'ਤੇ ਖਲੋਤੇ ਹੁੰਦੇ ਸਨ, ਬੈਠੇ ਹੁੰਦੇ ਸਨ, ਅਤੇ ਉਹਨਾਂ ਕੋਲ ਕੇਵਲ ਇੱਕੋ ਹੀ ਸ਼ਸਤਰ ਹੁੰਦਾ ਸੀ, ਤੀਰ ਅੰਦਾਜ਼ੀ। ਉਹ ਦੇਖਦੇ ਸਨ ਕਿ ਜਿਹੜਾ ਵੈਰੀ ਦਲ ਦਾ ਜਾਂ ਅਗਲੇ ਪ੍ਰਤੀਦਵੰਦੀ ਦਲ ਦਾ ਕਿਹੜਾ ਬੰਦਾ ਹੈ ਜਿਹੜਾ ਸਾਡੀ ਸੈਨਾ ਨੂੰ ਵੱਡਾ ਨੁਕਸਾਨ ਪਹੁੰਚਾ ਰਿਹਾ। ਫਿਰ ਉਹਨੂੰ, ਕਿਉਂਕਿ ਦੂਰੋਂ ਮਾਰ ਕਰਨੀ ਹੈ,
ਇਸ ਕਰਕੇ ਕਿਰਪਾਨ ਹੋਰ ਨੇਜਾ ਸ਼ਸਤਰ ਨੇੜਿਓਂ ਚੱਲ ਸਕਦੇ ਨੇ, ਤਾਂ ਦੂਰੋਂ ਉਹ ਆਪਣਾ ਤੀਰ ਚਲਾਉਂਦਾ ਸੀ ਅਤੇ ਉਹ ਜੰਗ ਦੀ ਸਥਿਤੀ ਦੇ ਵਿੱਚ ਕੰਟਰੋਲ ਰੱਖਦਾ ਸੀ। ਭਗਤ ਕਬੀਰ ਸਾਹਿਬ ਜਦੋਂ ਤੀਰ ਸ਼ਬਦ ਕਿਹਾ ਤਾਂ ਇਹਦਾ ਭਾਵ ਇਹ ਹੈ ਕਿ ਸਤਿਗੁਰੂ ਦੇ ਸ਼ਬਦ ਉਪਦੇਸ਼ ਦਾ ਤੀਰ ਕਿਤੋਂ ਚੱਲਿਆ ਹੈ, ਪਰ ਜਿੱਥੇ ਵੀ ਜਾ ਕੇ ਡਿੱਗਿਆ, ਜਿੱਥੇ ਜਾ ਕੇ ਵੀ ਵੱਜੇਗਾ, ਉਹ ਜਗਿਆਸੂ ਨੂੰ ਜ਼ਰੂਰ ਤ੍ਰਿਪਤ ਕਰੇਗਾ। ਹੁਣ ਇਹਦੇ ਵਿੱਚ ਇੱਕ ਹੋਰ ਅਵਸਥਾ ਹੈ ਕਿ ਜਦੋਂ ਸਾਡੇ ਮਹਿਸੂਸ ਕਰਨ ਦੀ ਅਵਸਥਾ ਹੈ, ਇਸ ਕਰਕੇ ਸ਼ਬਦ ਦੇ ਵਿੱਚ 3 ਅਵਸਥਾਵਾਂ ਹੁੰਦੀਆਂ ਨੇ। ਸ਼ਬਦ ਦੇ ਵਿੱਚ 3 ਅਵਸਥਾਵਾਂ ਹੁੰਦੀਆਂ ਨੇ। ਮਨ ਕਰਕੇ ਸਭ ਤੋਂ ਪਹਿਲਾਂ ਜਿਹੜੇ ਸ਼ਬਦ ਦੇ ਨਾਲ ਮਨ ਕਰਕੇ ਜੁੜਦੇ ਨੇ ਉਹਨਾਂ ਦੀ ਅਵਸਥਾ ਕੀ ਹੁੰਦੀ ਹੈ? ਉਹ ਜਿਤਨਾ ਕੁ ਸਮਾਂ ਕਥਾ ਸੁਣਦੇ ਨੇ, ਗੁਰੂ ਸ਼ਬਦ ਨਾਲ ਕੀਰਤਨ ਰੂਪ ਦੇ ਵਿੱਚ ਜੁੜਦੇ ਨੇ, ਉਹਨਾਂ ਚਿਰ ਮਨ ਪੂਰੀ ਤਰ੍ਹਾਂ ਸਾਧਿਆ ਰਹਿੰਦਾ ਹੈ। ਇੱਕ ਫੁਰਨਾ ਵੀ ਬਾਹਰ ਦਾ ਕੋਈ ਨਹੀਂ ਆਉਂਦਾ। ਇਹ ਮਨ ਦੀ ਅਵਸਥਾ ਹੁੰਦੀ। ਜਿਨ੍ਹਾਂ ਨੇ ਮਨ ਨੂੰ ਸ਼ਬਦ ਨਾਲ ਵੇਧਿਆ ਹੁੰਦਾ, ਇੰਨੀ ਕੁ ਅਵਸਥਾ ਹੁੰਦੀ ਹੈ ਕਿ ਜਿਤਨਾ ਸਮਾਂ ਸ਼ਬਦ ਦੇ ਪ੍ਰਤੱਖ ਸਰੂਪ ਦੇ ਨਾਲ ਅਨੁਭਵ ਰੂਪ ਵਿੱਚ ਜੁੜੇ ਰਹੇ, ਅਭਿਆਸ ਰੂਪ ਨਾਲ, ਉਹਨਾਂ ਚਿਰ ਮਨ ਪੂਰੀ ਤਰ੍ਹਾਂ ਵਸ। ਜਦੋਂ ਹੀ ਸ਼ਬਦ ਦਾ ਪ੍ਰਭਾਵ ਸ਼ਬਦ ਦੀ ਸਾਧਨਾ ਤੋਂ ਪਰਾਂ ਹੋਏ, ਮਨ ਨੇ ਆਪਣਾ ਫਿਰ ਉਹੀ ਬੁਰਾ ਪ੍ਰਭਾਵ, ਨਿਮਨ ਪ੍ਰਭਾਵ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ। ਇਹ ਪਹਿਲਾ ਪ੍ਰਭਾਵ। ਦੂਜਾ ਪ੍ਰਭਾਵ ਹੁੰਦਾ ਹੈ ਬੰਦੇ ਦਾ ਚਿੱਤ ਭਾਵ। ਚਿੱਤ ਭਾਵ ਦਾ ਕੀ ਹੈ ਕਿ ਸ਼ਬਦ ਜਦੋਂ ਸੁਣਿਆ ਉਦੋਂ ਤਾਂ ਇਕਾਗਰਤਾ ਬਣੀ ਰਹੀ, ਬਾਅਦ 'ਚ ਵੀ ਥੋੜ੍ਹਾ ਸਮਾਂ ਵਿੱਚ ਬਣੀ ਰਹੀ। ਭਾਵ ਕਿ ਜਦੋਂ ਥੋੜ੍ਹਾ ਇਕਾਂਤ ਵਿੱਚ ਬੈਠੇ, ਸਤਿਗੁਰੂ ਦੇ ਸ਼ਬਦ ਦੀ ਯਾਦ ਆਉਣ ਲੱਗ ਪਈ, ਪਰ ਪਰਿਵਾਰ, ਪਦਾਰਥਾਂ ਦਾ ਮੋਹ, ਵਿਸ਼ਿਆਂ ਦੀ ਭਟਕਣ, ਇਹ ਹੌਲੀ ਹੌਲੀ ਸ਼ਬਦ ਦੀ ਸਾਧਨਾ ਨੂੰ ਹਿਰਦੇ ਅੰਦਰ ਪੂਰਾ ਨਹੀਂ ਟਿਕਣ ਦਿੰਦੇ। ਇਸ ਕਰਕੇ ਚਿੱਤ ਕਰਕੇ ਸਾਧਨਾ ਵੀ ਮਨ ਨਾਲੋਂ ਥੋੜ੍ਹੀ ਵਧੀਕ ਹੁੰਦੀ ਹੈ। ਇਹ 2 ਸਾਧਨਾ ਕਰਨ ਵਾਲਾ ਬੰਦਾ ਗੁਰਸਿੱਖ ਕਿਹਾ ਜਾ ਸਕਦਾ, ਪਰ ਉਹ ਪੂਰਨ ਸਤਸੰਗੀ ਤਾਂ ਬਣਦਾ ਹੈ ਜੇ ਉਹ ਸੁਰਤ ਕਰਕੇ ਸ਼ਬਦ ਨਾਲ ਹਰ ਵੇਲੇ ਜੁੜਿਆ ਰਹੇ। ਸੁਰਤ ਕਰਕੇ ਸ਼ਬਦ ਨਾਲ ਜੁੜਨ ਦਾ ਭਾਵ ਕੀ ਹੈ? ਮੈਂ ਇਹਦੇ ਸਰਲ ਜਿਹੇ ਪ੍ਰਮਾਣ ਆਪਦੇ ਸਨਮੁਖ ਰੱਖਾਂ, ਕਿਉਂਕਿ ਕਥਾ ਦੇ ਵਿੱਚ ਜਿਹੜੀ ਵੈਸੇ ਗਹਿਰਾਈ ਨੂੰ ਗਹਿਰਾਈ 'ਚ ਹੀ ਕਹਿਣਾ ਪੈਂਦਾ, ਪਰ ਕਈ ਵਾਰੀ ਅਸਮਰੱਥਾ ਹੁੰਦੀ ਹੈ ਕਿ ਜੇ ਗੱਲ ਪਕੜ 'ਚ ਨਾ ਆਈ ਤਾਂ ਸ਼ਬਦ ਦੀ ਗਹਿਰਾਈ ਕਿਤੇ ਦੂਰ ਰਹਿ ਜਾਏਗੀ। ਹੁਣ ਸ਼ਬਦ ਅਤੇ ਸੁਰਤ ਨਾਲ ਜੁੜਨ ਦੀ ਭਗਤੀ ਭਾਵ ਕੀ ਹੁੰਦਾ? ਜਿਵੇਂ ਅਕਸਰ ਮੈਂ ਇਸ ਉਦਾਹਰਣ ਦਾ ਇੱਕੋ ਹੀ ਉਦਾਹਰਣ ਰੱਖੀ ਹੋਈ, ਬਹੁਤਾ ਨਹੀਂ ਮਰਜ਼ ਕਰਦਾ ਇਸ ਪ੍ਰਥਾਏ, ਕਿਉਂਕਿ ਇਹੀ ਸਾਨੂੰ ਜ਼ਿਆਦਾ ਨੇੜਿਓਂ ਸਮਝ ਆਉਂਦੀ, ਹੋਰ ਕੁਝ ਆਉਂਦਾ ਨਹੀਂ। ਸ਼ਬਦ ਦਾ ਸੁਰਤ ਦਾ ਸ਼ਬਦ ਨਾਲ ਜੁੜੇ ਹੋਣਾ ਕਿਵੇਂ ਹੈ? ਜੀਵਨ ਦੇ ਵਿੱਚ ਅਸੀਂ ਗੁਰੂ ਘਰ ਤੋਂ ਬਾਹਰ ਚਲੇ ਜਾਵਾਂਗੇ, ਸਮਾਪਤੀ ਤੋਂ ਬਾਅਦ ਵੱਖੋ ਵੱਖ ਤਰ੍ਹਾਂ ਦੀਆਂ ਹਾਲਾਤਾਂ ਦੇ ਵਿੱਚ ਸਾਡਾ ਜੀਵਨ ਗੁਜ਼ਰਨਾ ਹੈ। ਕਿਰਤ ਕਰਾਂਗੇ, ਕਿਸੇ ਮਜਲਿਸ ਵਿੱਚ ਬੈਠਾਂਗੇ, ਕਾਰੋਬਾਰ ਕਰਾਂਗੇ, ਕਿਤੇ ਇਕਾਂਤ ਵਿੱਚ ਬੈਠਾਂਗੇ। ਜੀਵਨ ਦੇ ਅਨੇਕਾਂ ਵਰਤਾਰੇ ਇਹਨਾਂ ਅੱਖਾਂ ਦੇ ਨਾਲ ਦੇਖਾਂਗੇ। ਇਹਨਾਂ ਅੱਖਾਂ ਦੇ ਨਾਲ ਸਾਰੇ ਵਰਤਾਰਿਆਂ ਨੂੰ ਗੁਰੂ ਸ਼ਬਦ ਦੇ ਨੁਕਤੇ ਤੋਂ ਬੁੱਝਣ ਦਾ ਯਤਨ ਕਰੀ ਜਾਣਾ, ਇਹ ਸ਼ਬਦ ਸੁਰਤ ਦੀ ਸਾਧਨਾ ਹੁੰਦੀ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਵਿਦੇਸ਼ ਬੈਠੇ ਪੁੱਤਰ ਦਾ ਮਾਤਾ ਚਿੰਤਨ ਕਰਦੀ ਹੈ। ਰੋਟੀ ਆਪ ਖਾ ਰਹੀ ਹੈ, ਪਰ ਚਿੰਤਨ ਹੈ ਕਿ ਉਹ ਵੀ ਖਾ ਰਿਹਾ ਹੋਏਗਾ। ਕੱਪੜੇ ਆਪ ਧੋ ਰਹੀ ਹੈ, ਚਿੰਤਨ ਉਹਦਾ ਕਿ ਉਹ ਵੀ ਧੋ ਰਿਹਾ ਹੋਏਗਾ। ਇੱਥੇ ਮੌਸਮ ਬਦਲਦਾ ਹੈ, ਉੱਧਰ ਦੇ ਮੌਸਮ ਦਾ ਚਿੰਤਨ ਆ ਜਾਂਦਾ ਹੈ। ਇਸੇ ਤਰ੍ਹਾਂ ਗੁਰਸਿੱਖ ਦੀ ਸੁਰਤ ਜਿਹੜੀ ਸ਼ਬਦ ਨਾਲ ਜੁੜੀ ਹੁੰਦੀ ਹੈ, ਉਹ ਜੀਵਨ ਦਾ ਕੋਈ ਵੀ ਭਾਵ ਹਾਲਾਤ ਮਾਣੇ, ਉਸ ਹਾਲਾਤ ਦੇ ਵਿੱਚ ਸਤਿਗੁਰੂ ਦਾ ਸ਼ਬਦ ਉਹਦੀ ਬੁੱਧ ਅੰਦਰ ਜਗ ਪੈਂਦਾ ਹੈ ਅਤੇ ਉਹਦੀ ਸਦਾ ਬੁੱਧ ਗੁਰੂ ਸ਼ਬਦ ਨਾਲ ਜੁੜੀ ਰਹਿੰਦੀ ਹੈ। ਜਿਵੇਂ ਜੀਵਨ ਦੇ ਵਿੱਚ ਅਸੀਂ ਕੋਈ ਵੀ ਆਪਣੇ ਹਾਲਾਤਾਂ ਦੀ ਗੱਲ ਕਰ ਲਈਏ, ਜਿਵੇਂ ਅਸੀਂ ਆਰੰਭ ਕਰੀਏ ਜਿਸ ਗੱਲ ਦਾ, ਤਾਂ ਗੁਰਸਿੱਖ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਆਕਾਸ਼ ਵੱਲ ਦੇਖਦਾ, ਉਹਦੀ ਸੁਰਤ ਸ਼ਬਦ ਨਾਲ ਕਿਵੇਂ ਜੁੜ ਜਾਂਦੀ ਹੈ? ਉਹਨੇ ਦੇਖਿਆ ਆਕਾਸ਼ ਨੂੰ ਹੈ, ਤਾਰੇ ਟਿਮਟਮਾਹਟ ਕਰ ਰਹੇ ਨੇ, ਬੁੱਝ ਰਹੇ ਨੇ, ਦਿਨ ਦਾ ਉਜਾਲਾ ਹੋ ਰਿਹਾ ਹੈ। ਅਤੇ ਗੁਰਸਿੱਖ ਦੀ ਸੁਰਤ ਨੇ ਕੀ ਬੁੱਝਿਆ ਹੈ? ਜੈਸੇ ਰੈਣ ਪਰਾਹੁਣੇ ਉੱਠ ਚਲਸੇ ਪ੍ਰਭਾਤ, ਜਿਉਂ ਪ੍ਰਭਾਤੇ ਤਾਰੇ ਖਿਸੇ ਤਿਉਂ ਇਹ ਖਿਸੈ ਸਰੀਰ। ਗੁਰਸਿੱਖ ਨੇ ਦੇਖਿਆ ਆਕਾਸ਼ ਹੈ, ਪਰ ਸਤਿਗੁਰੂ ਦੇ ਸ਼ਬਦ ਦਾ ਜਿਹੜਾ ਖਿਆਲ ਅੰਦਰ ਪੁੰਗਰ ਗਿਆ। ਫਿਰ ਜੇ ਜੀਵਨ ਦੇ ਵਿੱਚ ਚਿੜੀਆਂ ਦਾ ਸੰਗੀਤ ਅੰਮ੍ਰਿਤ ਵੇਲੇ ਸੁਣਿਆ ਹੈ, ਤਾਂ ਉਸ ਸੰਗੀਤ ਦੇ ਨਾਲ ਫਿਰ ਗੁਰੂ ਸ਼ਬਦ ਨਾਲ ਜੁੜ ਗਿਆ। ਚਿੜੀ ਚੌਕੀ ਪਉ ਫੁੱਟੀ ਵਗਨ ਬਹੁਤ ਤਰੰਗ, ਅਚਰਜ ਸੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ। ਇਸੇ ਤਰ੍ਹਾਂ ਜੀਵਨ ਦੀ ਅਗਲਾ ਪੱਖ ਦੇਖਿਆ, ਦਿਨ ਦਾ ਉਜਾਲਾ ਹੋਇਆ ਹੈ, ਤਾਂ ਫਿਰ ਉਹਦੇ ਵਿੱਚ ਸ਼ਬਦ ਚੇਤਾ ਆਇਆ ਕਿ ਜੇ ਸਤਿਗੁਰੂ ਦੇ ਸ਼ਬਦ ਦਾ ਜਿਵੇਂ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ,
ਅੰਧਾਰ। ਜੀਵਨ ਦੀ ਜਿੰਨੀਆਂ ਵੀ ਹਾਲਾਤਾਂ, ਕਿਸੇ ਦਫਾ ਅੱਜ ਤੋਂ ਮੈਂ 3-4 ਸਾਲ ਪਹਿਲਾਂ ਇਹ ਸਮਝਦਾ ਸਾਂ, ਗੁਸਤਾਖੀ ਮਾਫ ਪਹਿਲਾਂ ਹੀ ਕਹਿ ਦੇਵਾਂ, ਕੁਝ ਸਮਾਂ ਪਹਿਲਾਂ ਐਸਾ ਸਮਝਦਾ ਸਾਂ ਕਿ ਜੀਵਨ ਦਾ ਕੁਝ ਕੁ ਅਨੁਭਵ ਤਾਂ ਹਾਂ ਜਿਹੜਾ ਅੱਜ ਗੁਰਬਾਣੀ ਦੇ ਦਾਇਰੇ ਤੋਂ ਬਾਹਰ ਰਹਿ ਗਿਆ ਹੋਵੇਗਾ। ਕੁਝ ਕੁ ਤਾਂ ਹੋ ਸਕਦਾ ਹੈ, ਕੋਈ 1-2% ਜਾਂ 1% ਤੋਂ ਵੀ ਬਹੁਤ ਘੱਟ, ਕਿਉਂਕਿ ਸਮੁੱਚੀ ਜੀਵਨ ਦੀ ਹਾਲਤ, ਜੀਵਨ ਤਾਂ ਬੜਾ ਵਿਸ਼ਾਲ ਹੈ ਔਰ ਜੀਵਨ ਇੱਕ ਤਰ੍ਹਾਂ ਦਾ ਨਹੀਂ ਹੈ, ਅਨੇਕ ਤਰ੍ਹਾਂ ਦਾ ਜੀਵਨ ਹੈ। ਮੇਰਾ ਆਪਣਾ ਹੋਰ ਤਰ੍ਹਾਂ ਦਾ, ਤੁਹਾਡਾ ਕਿਸੇ ਹੋਰ ਤਰ੍ਹਾਂ ਦਾ ਹੈ। ਕੀ ਇਹ ਸਾਰੇ ਤਰ੍ਹਾਂ ਦੇ ਜੀਵਨ ਦੀਆਂ, ਸਾਰੇ ਤਰ੍ਹਾਂ ਦੀਆਂ ਮਨਾਂ ਦੀਆਂ, ਸੁਰਤ ਦੀਆਂ ਅਵਸਥਾਵਾਂ ਦੀ ਗੱਲ ਕੀ ਪੂਰਨ ਰੂਪ ਦੇ ਵਿੱਚ ਗੁਰਬਾਣੀ ਵਿੱਚ ਹੋ ਗਈ ਹੈ? ਇਸ ਗੱਲ ਦਾ ਥੋੜ੍ਹਾ ਆਸ਼ੰਕਾ ਰਹਿੰਦਾ ਸੀ। ਉਦੋਂ ਖੋਜ ਘੱਟ ਸੀ ਜਾਂ ਯਤਨ ਘੱਟ ਸੀ, ਅਭਿਆਸ ਘੱਟ ਸੀ, ਪਰ ਇਸ ਖੋਜ ਦੇ ਵਿੱਚ ਲਗਾਤਾਰ ਚੱਲਦੇ ਰਹੇ ਤਾਂ ਹੌਲੀ ਹੌਲੀ ਜਾ ਕੇ ਇਸ ਸਿੱਟੇ 'ਤੇ ਪੁੱਜੇ ਕਿ ਸਾਡੇ ਮਨ ਦੀ ਕੋਈ ਅਤੀ ਸੂਖਮ ਅਵਸਥਾ ਵੀ ਜਿਹੜੀ ਅਸੀਂ ਬੁੱਝ ਵੀ ਨਹੀਂ ਸਕਦੇ, ਉਹਦਾ ਵੀ ਅਨੁਭਵ, ਉਹਦਾ ਵੀ ਹੱਲ, ਉਹਦਾ ਵੀ ਉਪਦੇਸ਼ ਗੁਰਬਾਣੀ ਦੇ ਵਿੱਚ ਮੌਜੂਦ ਹੈ। ਇਸ ਕਰਕੇ ਅਸੀਂ ਆਪਣੇ ਗੁਰੂ ਦੇ ਸ਼ਬਦ ਨਾਲ 3 ਅਵਸਥਾਵਾਂ ਕਰਕੇ, ਸੁਰਤ ਕਰਕੇ ਜੁੜੇ ਰਹਿਣਾ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਜਦੋਂ ਸਤਿਗੁਰੂ ਦੇ ਸ਼ਬਦ ਦਾ ਤੀਰ ਲੱਗ ਜਾਂਦਾ ਹੈ ਅਤੇ ਗੁਰਸਿੱਖ ਦੇ ਹਿਰਦੇ ਅੰਦਰ ਸੱਲ ਪੈ ਜਾਂਦਾ। ਇਸ ਕਰਕੇ ਸਤਿਗੁਰੂ ਦੇ ਬਾਣ ਕਹਿਣ ਦਾ ਮਤਲਬ ਕੀ ਹੈ ਭਗਤ ਕਬੀਰ ਸਾਹਿਬ ਜੀ ਦਾ, ਕਿ ਜਦੋਂ ਗੁਰੂ ਨੇ ਦੇਖਿਆ ਕਿ ਸ਼ਬਦ ਦਾ ਉਪਦੇਸ਼ ਰੋਜ਼ ਸੁਣਦਾ ਹੈ ਪਰ ਇਹਦੇ ਜੀਵਨ 'ਚ ਪਰਿਵਰਤਨ ਨਹੀਂ ਆ ਰਿਹਾ, ਬੰਦਗੀ ਦੇ ਗਿਆਨ ਦੇ ਉਪਦੇਸ਼ਾਂ ਨੂੰ ਬੜੀ ਗਹਿਰਾਈ ਦੇ ਨਾਲ ਸੁਣਦਾ ਹੈ ਪਰ ਜੀਵਨ ਦੇ ਵਿੱਚ ਉਵੇਂ ਦੀ ਕ੍ਰਾਂਤੀ ਨਹੀਂ ਵਾਪਰ ਰਹੀ, ਤਾਂ ਫਿਰ ਸਤਿਗੁਰੂ ਉਸ ਸ਼ਬਦ ਦੇ ਉਪਦੇਸ਼ ਨੂੰ ਬਾਣ ਰੂਪ ਦੇ ਵਿੱਚ, ਭਾਵ ਕਿ ਆਪਣੀ ਦੈਵੀ ਅਜ਼ਮਤ ਦੇ ਨਾਲ, ਜਿਵੇਂ ਇਹਨੂੰ ਸਰਲ ਜਿਹਾ ਕਹਿਣਾ ਹੋਵੇ ਕਿ ਜਿਵੇਂ ਸਾਡੇ ਵਰਗੇ ਕਥਾ ਕਰਦੇ ਨੇ, ਬੜੇ ਸੁਣਦੇ ਨੇ ਪਰ ਜ਼ਰੂਰੀ ਨਹੀਂ, ਕੋਈ ਪ੍ਰਭਾਵਿਤ ਨਹੀਂ ਹੁੰਦਾ, ਇੱਕ ਅੱਧ ਵੀ ਨਹੀਂ ਹੁੰਦਾ ਕਈ ਵਾਰ। ਪਰ ਜਦੋਂ ਇਹੀ ਬਾਣੀ ਦੇ ਵਾਕ ਭਗਤ ਸਾਹਿਬਾਨਾਂ ਦੀ ਰਸਨਾ ਤੋਂ, ਗੁਰੂ ਸਾਹਿਬਾਨਾਂ ਦੀ ਮੁਬਾਰਕ ਰਸਨਾ ਤੋਂ ਪ੍ਰਗਟੇ, ਤਾਂ ਇਹ ਜਿਹੜੇ ਸ਼ਬਦ ਉਪਦੇਸ਼ ਸਨ ਇਹ ਤੀਰ ਵਰਗੇ ਹੀ ਸਨ। ਜਿਹੜਾ ਇਹਨੂੰ ਸੁਣਦਾ ਸੀ ਉਹਦਾ ਉੱਥੇ ਜੀਵਨ ਪਲਟ ਜਾਂਦਾ ਸੀ। ਇਹਦੇ ਮੈਂ 2-3 ਪ੍ਰਮਾਣ ਆਪਦੇ ਸਨਮੁਖ ਰੱਖ ਦਿਆਂ ਕਿ ਉਂਝ ਸ਼ਬਦ ਉਪਦੇਸ਼ ਜਦੋਂ ਗੁਰੂ ਦੀ ਰਸਨਾ ਤੋਂ ਨਿਕਲਦਾ ਹੈ ਅਤੇ ਗੁਰੂ ਨੇ ਜਿਹਦੇ ਉੱਪਰ ਨਜ਼ਰ ਕਰਨੀ ਹੈ, ਉਹ ਸ਼ਬਦ ਦੇ ਵਿੱਚ ਉਹ ਜਿਹਾ ਦੈਵੀ ਅਜ਼ਮਤ ਦੇ ਨਾਲ ਤਾਣ ਵੀ ਪਾ ਦਿੰਦਾ ਹੈ ਕਿ ਇੱਕੋ ਉਪਦੇਸ਼ ਦੇ ਨਾਲ ਜੀਵਨ ਜਿਹੜਾ ਬਦਲ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਇਸ ਤਰ੍ਹਾਂ ਦਾ ਪ੍ਰਮਾਣ। ਹੁਣ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਤੀਰ ਕਿਹਾ ਹੈ ਨਾ, ਤਾਂ ਇਹਦੇ ਵਿਚਲੀ ਇੱਕ ਨੁਕਤਾ ਇਹ ਹੈ ਕਿ ਤੀਰ ਬੜੀ ਦੂਰੀ ਤੋਂ ਚਲਾਇਆ ਜਾਂਦਾ ਹੈ ਪਰ ਉਹ ਜਿੱਥੇ ਜਾ ਕੇ ਵੀ ਵੱਜੇਗਾ ਆਪਣੀ ਮਾਰ ਜ਼ਰੂਰ ਪ੍ਰਗਟ ਕਰੇਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸ਼ਬਦ ਜੋ ਬਾਹਿਆ ਏਕ। ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਹੋਏ ਸਿੱਖ ਨੇ, ਅੰਮ੍ਰਿਤ ਬਾਣੀ ਦੇ ਨਾਲ ਜੁੜੇ ਹੋਏ ਨੇ, ਸ਼ਬਦ ਦੇ ਨਾਲ ਹਰ ਵੇਲੇ ਰੰਗੀ ਅਵਸਥਾ ਹੈ। ਇੱਕ ਦਿਨ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਪਾਠ ਕਰ ਰਹੇ ਨੇ, ਭਿੱਜੀ ਹੋਈ ਅਵਸਥਾ ਦੇ ਵਿੱਚ, ਰੰਗੀ ਹੋਈ ਅਵਸਥਾ ਦੇ ਵਿੱਚ ਉਚਾਰਨ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਵਾਕ ਹੈ, ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉ ਕਾਲੀਐ। ਹੁਣ ਸ਼ਬਦ ਤਾਂ ਪੜ੍ਹਿਆ ਭਾਈ ਜੋਧ ਜੀ ਨੇ, ਪ੍ਰਭਾਵਿਤ ਕੀਤਾ ਭਾਈ ਲਹਿਣਾ ਜੀ ਨੂੰ। ਇਹਦਾ ਭਾਵ ਹੈ ਕਿ ਹੁਣ ਭਾਈ ਲਹਿਣਾ ਜੀ ਹੈ ਕੋਈ ਰੰਗੀ ਅਵਸਥਾ ਪਰ ਅਜੇ ਸਤਿਗੁਰੂ ਦੇ ਸ਼ਬਦ ਦਾ ਬਾਣ ਨਹੀਂ ਲੱਗਿਆ। ਭਾਈ ਜੋਧ ਜੀ ਦਾ ਸ਼ਬਦ ਭਾਈ ਲਹਿਣਾ ਜੀ ਦੇ ਮਨ ਵਿੱਚ ਬਾਣ ਵਾਂਗ ਲੱਗਿਆ ਅਤੇ ਪਛੇਮਾਨ ਹੋ ਗਏ ਕਿ ਸਤਿਗੁਰੂ ਕਿਹੜੇ ਐਸੇ ਮਹਾਂਪੁਰਖ ਦਾ ਇਹ ਬਚਨ ਹੈ ਜਿਨ੍ਹੇ ਜੀਵਨ 'ਚ ਇੰਨਾ ਗਹਿਰਾਈ 'ਤੇ ਸੋਚਣ ਦੇ ਲਈ, ਸਮਝਣ ਦੇ ਲਈ, ਮਹਿਸੂਸ ਕਰਨ 'ਤੇ ਮਜਬੂਰ ਕੀਤਾ ਹੈ। ਜਗਿਆਸਾ ਪ੍ਰਗਟ ਹੋਈ। ਇਸ ਕਰਕੇ ਜਿਵੇਂ ਹੁਣ ਪੱਥਰ ਹੈ, ਉਹਦੇ ਤੀਰ ਆਰ ਪਾਰ ਨਹੀਂ ਹੋ ਸਕਦਾ ਕਈ ਵਾਰੀ, ਕਿਉਂਕਿ ਕਠੋਰ ਹੈ। ਜਿਹੜਾ ਪਹਿਲਾਂ ਕੋਈ ਮਨ ਦੀ ਸਾਧਨਾ ਸ਼ਬਦ ਨਾਲ ਹੋਈ ਹੈ, ਕਿਸੇ ਭਗਤੀ ਦੇ ਰੰਗ ਵਿੱਚ ਹੈ, ਕਿਸੇ ਗਿਆਨ ਦੀ ਵਿਚਾਰ ਦੇ ਵਿੱਚ ਹੈ, ਉਹਨੂੰ ਉਹ ਵਾਕ ਬਾਣ ਵਾਂਗ ਲੱਗਦਾ ਹੈ। ਇਸ ਕਰਕੇ ਜਦੋਂ ਭਾਈ ਲਹਿਣਾ ਜੀ ਨੇ ਸ਼ਬਦ ਸੁਣਿਆ, ਬਾਰ-ਬਾਰ ਮਨ ਉੱਧਰ ਜਾਵੇ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਸਰੀਰ ਵਿੱਚ ਪਹਿਲਾਂ ਬੜੇ ਜ਼ਖਮ ਹੋਣ ਛੋਟੇ ਮੋਟੇ, ਪਰ ਜੇ ਮਨੁੱਖ ਦੇ ਦਿਲ ਵਿੱਚ ਤੀਰ ਵੱਜੇ, ਪੀੜ ਕਿਹਦੀ ਵੱਧ ਹੋਏਗੀ? ਦਿਲ 'ਚ ਵੱਜੇ ਦੀ ਵੱਧ ਹੋਏਗੀ, ਕਿਉਂਕਿ ਆਰ ਪਾਰ ਹੋ ਗਿਆ ਹੈ। ਉਂਝ ਠੀਕ ਹੈ, ਜੇ ਭਗਤੀ ਦੇ ਬੜੇ ਰੰਗ ਨੇ, ਗਿਆਨ ਦੇ ਅਭਿਆਸ ਦੇ ਬੜੀਆਂ ਅਵਸਥਾਵਾਂ ਨੇ, ਪਰ ਜਿਹੜਾ ਸਤਿਗੁਰੂ ਦਾ ਇਹ ਸ਼ਬਦ ਭਾਈ ਜੋਧ ਜੀ ਦੀ ਰਸਨਾ ਤੋਂ ਸੁਣਿਆ, ਭਾਈ ਲਹਿਣਾ ਜੀ ਨੂੰ ਨੇ ਪਛੇਮਾਨੀ ਪੈਦਾ ਕਰ ਦਿੱਤੀ, ਦੀ ਤਲਾਸ਼ ਸ਼ੁਰੂ ਹੋ ਗਈ। ਇਸੇ ਕਰਕੇ ਜਿੱਦਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਸ਼ਬਦ ਜੋ ਬਾਹਿਆ ਏਕ। ਆਪਣੇ ਜੀਵਨ ਦਾ ਉਸ ਵਕਤ ਸਤਿਗੁਰੂ ਦੇ ਸ਼ਬਦ ਨਾਲ ਸਾਰਾ ਗਿਆਨ, ਇਸ ਕਰਕੇ ਸ਼ਬਦ ਇਕੱਲਾ ਬਾਣੀ ਨਹੀਂ ਹੁੰਦਾ,
ਅੱਜ ਸਾਡੀ ਸਮੱਸਿਆ ਇਹ ਹੈ, ਅਸੀਂ ਸ਼ਬਦ ਅਤੇ ਬਾਣੀ ਵਿੱਚ ਸਾਨੂੰ ਫਰਕ ਕਰਨਾ ਨਹੀਂ ਆ ਰਿਹਾ। ਸ਼ਬਦ ਇੱਕ ਸੰਪੂਰਨ ਅਵਸਥਾ ਹੈ ਜਿਹਦੇ ਵਿੱਚ ਸਾਰੀ ਸ੍ਰਿਸ਼ਟੀ ਮੌਲ ਰਹੀ ਹੈ, ਅਤੇ ਸ਼ਬਦ ਜਦੋਂ ਮਨੁੱਖ ਦੇ ਤਲ 'ਤੇ ਸਾਊਂਡ ਵਿੱਚ ਪ੍ਰਗਟ ਹੁੰਦਾ ਉਦੋਂ ਬਾਣੀ ਬਣਦਾ ਹੈ। ਤਾਂ ਇਸੇ ਤਰ੍ਹਾਂ ਜਦੋਂ ਉਹ ਸ਼ਬਦ ਭਾਈ ਲਹਿਣਾ ਜੀ ਨੇ ਸੁਣਿਆ ਤੇ ਸਾਰੇ ਜੀਵਨ ਦਾ ਚੱਕਰ ਉਹਨਾਂ ਦੇ ਸਾਹਮਣੇ ਘੁੰਮ ਗਿਆ। ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਉਂਝ ਅਸੀਂ ਵੀ ਇਹ ਸ਼ਬਦ ਸੁਣਦੇ ਹਾਂ, ਪਰ ਜਦੋਂ ਬਾਣ ਰੂਪ ਦੇ ਵਿੱਚ ਸ਼ਬਦ ਭਾਈ ਲਹਿਣਾ ਜੀ ਦੇ ਮਨ ਨੂੰ ਲੱਗਿਆ ਤਾਂ ਸਾਰੇ ਜੀਵਨ ਦਾ ਚੱਕਰ ਘੁੰਮ ਗਿਆ। ਇਹਨੂੰ ਕਹਿੰਦੇ ਨੇ ਸ਼ਬਦ ਦੀ ਅਨੁਭਵ ਅਤੀਤ ਅਵਸਥਾ। ਅਨੁਭਵ ਅਤੀਤ ਦਾ ਮਤਲਬ ਕਿ ਇੱਕ ਪੰਕਤੀ ਦੇ ਵਿੱਚੋਂ ਹੀ ਆਪਣਾ ਸਾਰਾ ਜੀਵਨ ਦਾ ਅੱਗਾ ਪਿੱਛਾ ਸਭ ਕੁਝ ਦਿਖ ਜਾਣਾ, ਇੱਕ ਪੰਕਤੀ ਦੇ ਨਾਲ ਹੀ। ਅਤੇ ਇਹ ਸਤਿਗੁਰੂ ਹੀ ਕਰ ਸਕਦੇ ਨੇ। ਅਸੀਂ ਤਾਂ ਇਕੱਲੇ ਸ਼ਲੋਕ 'ਤੇ ਸਮਾਂ ਲਗਾਉਂਦੇ ਹਾਂ, ਉਹਨੂੰ ਬੜਾ ਸਮਝ ਕੇ ਵੀ ਸਾਨੂੰ ਲੱਗਦਾ ਜੇ ਪੂਰਾ ਸਮਝ ਨਹੀਂ ਆਇਆ। ਪਰ ਸਤਿਗੁਰੂ ਦੇ ਜਿਹੜਾ ਸ਼ਬਦ ਰੂਪ ਜਦੋਂ ਬਾਣ ਮੋਦ ਪਿੱਛੇ ਨੁਕਤਾ ਅਰਜ਼ ਕੀਤਾ ਹੈ ਕਿ ਜਦੋਂ ਸਤਿਗੁਰੂ ਦੀ ਰਸਨਾ ਤੋਂ ਸ਼ਬਦ ਪ੍ਰਗਟ ਹੁੰਦਾ ਅਤੇ ਉਹਦੇ ਵਿੱਚ ਸਤਿਗੁਰੂ ਆਪਣੀ ਦੈਵੀ ਅਜ਼ਮਤ ਦਾ ਤਾਣ ਵੀ ਪਾਉਂਦੇ ਨੇ। ਦੈਵੀ ਅਜ਼ਮਤ ਦਾ ਮਤਲਬ ਕੀ ਹੈ ਕਿ ਇਹ ਭਾਵੇਂ ਸ਼ਬਦ ਜਦੋਂ ਸਿੱਧਾ ਜਗਿਆਸੂ ਤੱਕ ਜਾਏਗਾ, ਇਹਨੂੰ ਕਿਸੇ ਵਿਆਖਿਆ ਦੀ, ਕਿਸੇ ਹੋਰ ਵਿਸਥਾਰ ਦੀ ਲੋੜ ਨਹੀਂ ਹੈ। ਇਹ ਆਪਣੇ ਆਪ ਦੇ ਵਿੱਚ ਪੂਰਨ ਹੋਏਗਾ, ਕਿਉਂਕਿ ਗੁਰੂ ਸਾਚਾ ਹੈ ਅਤੇ ਸਾਚੇ ਗੁਰੂ ਨੇ ਪਹਿਲਾਂ ਸਿੱਖ ਦੀ ਅਵਸਥਾ ਬੁੱਝ ਲਈ ਹੈ। ਤਾਂ ਇਸ ਕਰਕੇ ਭਾਈ ਲਹਿਣਾ ਜੀ ਪਛੇਮਾਨ ਹੋ ਗਏ, ਫਿਰ ਆਪਣੀ ਤਲਾਸ਼ ਸ਼ੁਰੂ ਕੀਤੀ ਅਤੇ ਏਕ ਦੇ ਗਿਆਨ ਦੇ ਲਈ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ। ਇਸੇ ਤਰ੍ਹਾਂ ਦਾ ਪ੍ਰਮਾਣ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਹੈ। ਬੀਬੀ ਅਮਰੋ ਜੀ ਕੋਲੋਂ ਸ਼ਬਦ ਸੁਣਿਆ ਹੈ, ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਵਾਕ ਪੜ੍ਹੇ। ਸਤਿਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਜਦੋਂ ਬੀਬੀ ਅਮਰੋ ਜੀ ਵਾਕ ਮੁਖ ਸੁਣਾਏ, ਉਹਦੇ ਵਿੱਚ ਵਾਕ ਸੀ ਕਿ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਾਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ। ਜਦੋਂ ਇਹ ਭਾਵ ਸ਼ਬਦ ਸੁਣਿਆ ਅਤੇ ਆਪਣੇ ਜੀਵਨ ਦਾ ਸਮੁੱਚਾ ਅਨੁਭਵ ਨਜ਼ਰ ਆਇਆ ਸ੍ਰੀ ਅਮਰਦਾਸ ਜੀ ਨੂੰ। ਥੋੜ੍ਹਾ ਸ਼ਬਦ ਨੇ ਜਗਾਇਆ ਉਸੇ ਪੀੜ ਨੂੰ ਲੈ ਕੇ। ਹੁਣ ਤੁਸੀਂ ਇਸ ਗੱਲ ਨੂੰ ਅਸੀਂ ਨਾ, ਇੱਕ ਹੋਰ ਵੀ ਸਮੱਸਿਆ ਹੈ, ਜਦੋਂ ਇਤਿਹਾਸ ਵਿੱਚ ਕੋਈ ਗੱਲ ਸੁਣਾਉਂਦੇ ਉਹ ਬਿਲਕੁਲ ਇੰਨੀ ਕੁ ਰਹਿ ਜਾਂਦੀ, ਛੋਟੀ ਜਿਹੀ, ਉਹਦਾ ਕੋਈ ਭਾਵ ਨਹੀਂ ਮਹਿਸੂਸ ਹੁੰਦਾ। ਮੈਂ ਆਪਣੀ ਤਰਫ ਤਾਂ ਇਹੀ ਮਹਿਸੂਸ ਕਰਦਾ ਕਿ ਜਦੋਂ ਅਸੀਂ ਗੁਰੂ ਸਾਹਿਬਾਨਾਂ ਦੀ ਗੱਲ ਨੂੰ ਇਤਿਹਾਸ 'ਚ ਸੁਣਾਉਂਦੇ ਉਹ 'ਚ ਕੁਝ ਵੀ ਨਹੀਂ ਹੁੰਦਾ, ਉਹ ਸਿਰਫ ਇੱਕ ਵੇਰਵਾ ਜਿਹਾ ਹੀ ਹੁੰਦਾ, ਕੁਝ ਨਹੀਂ ਹੁੰਦਾ। ਹੁਣ ਦੇਖੋ ਕਿ ਅਸੀਂ ਵੀ ਸ਼ਬਦ ਸੁਣਦੇ ਹਾਂ, ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਉਹ ਸ਼ਬਦ ਸੁਣਿਆ, ਪਰ ਉਹਨਾਂ ਨੂੰ ਸਾਰੀ ਸੁੱਧ ਭੁੱਲ ਗਈ। ਇਤਨਾ ਲੰਬਾ ਤੀਰਥ ਯਾਤਰਾ ਦਾ ਅਭਿਆਸ ਹੈ, ਸਾਰਾ ਭੁੱਲ ਗਿਆ। ਸਾਰਾ ਜੀਵਨ ਦੀ ਪ੍ਰਤੀਤ ਵਿਸਰ ਗਈ ਕਿ ਜੀਵਨ ਕਿੱਥੇ ਹੈ, ਅਤੇ ਜੀਵਨ ਦੇ ਵਿੱਚ ਇੱਕ ਦਰਦ ਪੈਦਾ ਹੋ ਗਿਆ, ਇੱਕ ਪੀੜ ਪੈਦਾ ਹੋਏਗੀ ਕਿ ਅਜੇ ਤੱਕ ਸਾਡੀ ਜੀਵਨ ਦੀ ਸਫਲਤਾ ਨਹੀਂ ਹੋ ਸਕੀ। ਫਿਰ ਜਿਵੇਂ ਹੁਣ ਠੀਕ ਹੈ, ਮੈਂ ਪਹਿਲਾਂ ਅਰਜ਼ ਕੀਤੀ ਸੀ ਕਿ ਸਤਿਗੁਰੂ ਆਪਣੇ ਸ਼ਬਦ ਦੇ ਨਾਲ ਪਹਿਲਾਂ ਰੋਗ ਦੀ ਸ਼ਨਾਖਤ ਕਰਵਾ ਦਿੰਦੇ ਨੇ। ਹੁਣ ਆਪਣੇ ਰੋਗ ਦੀ ਸ਼ਨਾਖਤ ਹੋ ਗਈ ਹੈ ਸ੍ਰੀ ਅਮਰਦਾਸ ਜੀ ਨੂੰ ਕਿ ਅਜੇ ਤੱਕ ਤਾਂ ਉਹ ਗੁਣਾਂ ਦੀ ਸਾਧਨਾ ਪੈਦਾ ਨਹੀਂ ਹੋ ਸਕੀ, ਭਾਵੇਂ ਧਰਮ ਦੇ ਕੰਮ ਪੂਰੇ ਕਰ ਰਹੇ ਹਾਂ। ਇਸ ਕਰਕੇ ਉਸ ਪੀੜ ਦੇ ਵਿੱਚੋਂ ਹੁਣ ਉਹੀ ਪੀੜ ਹੈ, ਤਾਂ ਹੀ ਕਹਿ ਰਹੀ ਆਪਣੀ ਨਹੁੰ ਦੇ ਕੋਲ ਲਿਜਾ ਕੇ ਉਹੀ ਪੀੜ ਸ੍ਰੀ ਅਮਰਦਾਸ ਜੀ ਨੂੰ ਆਪਣੀ ਨਹੁੰ ਦੇ ਕੋਲ ਲਿਜਾ ਰਹੀ ਹੈ, ਅਤੇ ਉਹ ਉਹਨਾਂ ਗਾੜੀ ਤਰਲਾ ਪਾ ਕੇ ਕਹਿ ਰਹੇ ਨੇ ਕਿ ਜਿਹਦਾ ਇਹ ਸ਼ਬਦ ਹੈ ਮੈਨੂੰ ਉਹਦੇ ਚਰਨਾਂ 'ਤੇ ਲੈ ਜਾ। ਇਤਿਹਾਸ 'ਚ ਇਹ ਗੱਲ ਨਹੀਂ ਦੱਸੀ ਜਾਂਦੀ, ਇਤਿਹਾਸ ਸਿੱਧਾ ਕਿਹਾ ਜਾਂਦਾ ਵੀ ਮੈਨੂੰ ਲੈ ਜਾ। ਉਹ ਪੀੜ ਹੈ, ਨਹੀਂ ਤਾਂ ਬੰਦਾ, ਹੁਣ ਉਦਾਹਰਨ ਦੇ ਤੌਰ 'ਤੇ ਦੇਖੋ, ਜੇ ਦੁਨਿਆਵੀ ਨਾਤੇ ਦੇਖੀਏ ਤਾਂ ਉਹਨਾਂ ਦੀ ਨਹੁੰ ਲੱਗਦੀ ਹੈ, ਅਤੇ ਨਹੁੰ ਦੇ ਅੱਗੇ ਜਾ ਕੇ ਜਿਹੜਾ ਉਹਦਾ ਵੱਡਾ ਲੱਗਦਾ ਹੈ ਸੰਬੰਧੀ, ਉਹ ਕੋਈ ਹੱਥ ਥੋੜ੍ਹਾ ਜੋੜੇਗਾ, ਤਰਲਾ ਥੋੜ੍ਹਾ ਮਾਰੇਗਾ। ਉਹ ਪੀੜ ਦੇ ਵਿੱਚ ਹੀ ਬੰਦਾ ਹੋਵੇ, ਪੀੜ ਦੇ ਵਿੱਚ ਬੰਦਾ ਹੋਵੇ, ਅਤੇ ਉਹ ਹਰ ਇੱਕ ਨੂੰ ਆਵਾਜ਼ ਮਾਰਦਾ ਹੈ ਕਿ ਕੋਈ ਮੇਰੀ ਪੀੜ ਦਾ ਹੱਲ ਕਰਵਾ ਦੇ। ਅਤੇ ਜਦੋਂ ਗੁਰੂ ਸਾਹਿਬ ਜੀ ਦਾ ਸ਼ਬਦ ਸੁਣਿਆ ਕਿ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ, ਅਤੇ ਇਹਨੂੰ ਸ਼ਬਦ ਦਾ ਅਤੀਤ ਦੀ ਅਨੁਵਸਥਾ ਕਿਹਾ ਜਾਂਦਾ ਹੈ ਕਿ ਸ੍ਰੀ ਅਮਰਦਾਸ ਜੀ ਦੇ ਸਾਹਮਣੇ ਆਪਣੇ ਜੀਵਨ ਤੋਂ ਆਰੰਭ ਤੱਕ ਦੀ, ਹੁਣ ਤੱਕ ਦੀ ਜਦੋਂ ਸ਼ਬਦ ਸੁਣਿਆ, ਜਿੰਨੀ ਧਾਰਮਿਕ ਸਾਧਨਾ ਸੀ ਉਹਦਾ ਅਧੂਰਾਪਣ ਜਾਂ ਉਹਦਾ ਭਟਕੇ ਹੋਣ ਦਾ ਜਾਂ ਉਹਦਾ ਜੀਵਨ ਦੇ ਸਹੀ ਅਰਥਾਂ ਲਈ ਨਾ ਨਿਭਣ ਦਾ ਪੂਰਾ ਗਿਆਨ ਸ੍ਰੀ ਅਮਰਦਾਸ ਜੀ ਨੂੰ ਹੋ ਗਿਆ। ਇਸ ਕਰਕੇ ਫਿਰ ਉਹ ਗੁਰੂ ਚਰਨਾਂ ਦੇ ਵਿੱਚ ਆਏ। ਇਸ ਕਰਕੇ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਾਚਾ ਸਤਿਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ। ਉਹਨੇ ਨੁਕਤੇ 'ਤੇ ਲਿਆ ਕੇ ਟਿਕਾ ਦਿੱਤਾ। ਨੁਕਤੇ 'ਤੇ ਟਿਕਣਾ ਔਖਾ ਹੈ, ਉਂਝ ਬੰਦਾ ਭਟਕਦਾ ਫਿਰਦਾ ਹੈ। ਤਾਂ ਹੁਣ ਇਹਦਾ ਇੱਕ ਹੋਰ ਅਨੁਭਵ ਆਪਦੇ ਸਨਮੁਖ ਰੱਖਦਿਆਂ ਕਿ ਮੈਂ ਜਦੋਂ ਆਰੰਭ ਵਿੱਚ ਅਰਜ਼ ਕੀਤਾ ਕਿ ਜਦੋਂ ਵਾਕ ਗੁਰੂ ਸਾਹਿਬ ਦੀ ਰਸਨਾ ਤੋਂ ਪ੍ਰਗਟੇ, ਗੁਰੂ ਸਾਹਿਬ ਸੱਜਣ ਠੱਗ ਦੇ ਗ੍ਰਹਿ ਗਏ। ਸਾਰੀ ਰਾਤ ਉਹ ਉਡੀਕਦਾ ਰਿਹਾ ਗੁਰੂ ਸਾਹਿਬ ਜੀ ਦੀ ਲੁੱਟ ਕੀਤੀ ਜਾਵੇ, ਨਹੀਂ ਕਰ ਸਕਿਆ। ਅੰਮ੍ਰਿਤ ਵੇਲਾ ਉਦੈ ਹੋਇਆ, ਗੁਰੂ ਨਾਨਕ ਸਾਹਿਬ ਜੀ ਰੱਬੀ ਬੰਦਗੀ ਵਿੱਚ ਲੀਨ ਹਨ। ਭਾਈ ਮਰਦਾਨਾ ਜੀ ਨੇ ਰਬਾਬ ਦੀ ਤਾਰ ਛੇੜੀ,
ਸੂਹੀ ਰਾਗ ਦੇ ਵਾਕ ਉਚਾਰੇ। ਊਜਣ ਕਹਿਆ ਚਿਲਕਣਾ ਘੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਸ਼ਬਦ ਤਾਂ ਗੁਰੂ ਨੇ ਗਾਇਆ ਹੈ, ਗੁਰੂ ਨਾਨਕ ਸਾਹਿਬ ਜੀ ਨੇ, ਪਰ ਪਛੇਮਾਨ ਸੱਜਣ ਠੱਗ ਹੋ ਗਿਆ। ਗੱਲ ਕਹੇ ਦੇ ਭਾਂਡੇ ਦੀ ਹੋਈ ਹੈ, ਪਰ ਇਹ ਸਾਰੀ ਅਵਸਥਾ ਸੱਜਣ ਠੱਗ ਨੂੰ ਲੱਗਣ ਲੱਗ ਪਈ ਹੈ। ਜਿਹੜਾ ਸੱਜਣ ਠੱਗ ਹੈ, ਇਸ ਸ਼ਬਦ ਨੂੰ ਸੁਣ ਕੇ ਉਹਦੀ ਪਾਪ ਦੀ ਸਾਰੀ ਅਵਸਥਾ ਪਿਘਲ ਗਈ ਹੈ। ਪਛਤਾਵੇ ਦੇ ਘਰ ਵਿੱਚ ਆ ਕੇ ਹੁਣ ਇਹੀ ਇਹਨੂੰ ਕਿਹਾ ਜਾਂਦਾ। ਤਾਂ ਕਰਕੇ ਜਿਹੜਾ ਮੈਂ ਅਕਸਰ ਨੁਕਤਾ ਅਰਜਨ ਕਰਦਾ ਹੁੰਦਾ ਆਪਦੇ ਸਨਮੁਖ, ਕਿ ਜੇ ਆਪਣੀ ਅਧਿਆਤਮਿਕ ਸਾਧਨਾ ਪੂਰੀ ਕਰਨੀ ਹੈ ਤਾਂ ਸਮਾਂ ਵਧਾਉਣਾ ਸ਼ੁਰੂ ਕਰੋ, ਸ਼ਬਦ ਦੇ ਵਿੱਚ ਆਪਣਾ ਜੀਵਨ ਪਲਟਣਾ ਸ਼ੁਰੂ ਕਰੋ। ਅਸੀਂ ਬਹੁਤ ਥੋੜ੍ਹਾ ਜਿਹਾ ਸਮਾਂ, ਮੈਂ ਕਈ ਦਫਾ ਦੇਖਦਾ ਕਿ ਕੋਈ ਵੀ ਦੁਨਿਆਵੀ ਪ੍ਰਾਪਤੀ ਹੈ ਨਾ, ਤਾਂ ਦਿਨ ਦੇ ਵਿੱਚ 10-12 ਘੰਟੇ ਦੇਣੇ ਪੈਂਦੇ ਨੇ। ਕਿਰਤ ਵੀ ਕਰਨੀ ਹੈ, 500 ਰੁਪਈਆ ਇੱਕ ਦਿਨ 'ਚ ਕਮਾਉਣਾ, ਅਤੇ 10 ਘੰਟੇ ਕਿਰਤ ਕਰਨੀ ਪੈਂਦੀ ਹੈ ਮਜ਼ਦੂਰ ਬੰਦੇ ਨੂੰ। ਪਰ ਜੇ ਤੁਸੀਂ ਸ਼ਬਦ ਦੀ ਕਿਸੇ ਉੱਚੀ ਅਵਸਥਾ ਨੂੰ ਕਮਾਉਣਾ ਹੈ, ਕੇਵਲ 45 ਮਿੰਟ ਸਵੇਰ ਦੇ ਵੇਲੇ ਗੁਰੂ ਘਰ ਵਿਖੇ ਦਿੰਦੇ ਹਾਂ, ਉਹ ਵੀ ਅੱਧੇ ਅਧੂਰੇ ਮਨ ਨਾਲ। ਇਸ ਕਰਕੇ ਜੇ ਜੀਵਨ ਦੇ ਵਿੱਚ ਕੋਈ ਬੰਦਗੀ ਦੀਆਂ ਗੁਹਜ ਅਵਸਥਾ ਮਾਨਣ ਦਾ ਭਾਵ ਹੈ, ਤਾਂ ਸਮਾਂ ਵਧੀਕ ਕਰੋ ਹੌਲੀ ਹੌਲੀ। ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸ਼ਬਦ ਜੋ ਬਾਹਿਆ ਏਕ, ਸੱਜਣ ਠੱਗ ਪਛੇਮਾਨ ਹੋ ਗਿਆ। ਇਹਨੂੰ ਕਹਿੰਦੇ ਹਨ। ਤਾਂ ਕਰਕੇ ਹੁਣ ਮੈਂ ਕਈ ਦਫਾ ਦੇਖਦਾ, ਅਸੀਂ ਬਾਣੀ ਸੁਣਦੇ ਹਾਂ ਕੀਰਤਨ ਦੇ ਵਿੱਚ, ਤਾਂ ਦੇਖੀਦਾ ਬਹੁਤ ਮੁਸ਼ਕਿਲ ਹੁੰਦਾ ਜੇ ਬੰਦਾ ਜਾਗੀ ਹੋਈ ਸੁਰਤ ਦੇ ਨਾਲ ਗੁਰੂ ਦੇ ਸ਼ਬਦ ਨੂੰ ਸੁਣੇ। ਕੋਈ ਵੀ ਇੱਕ ਸ਼ਬਦ ਸੁਣੇ। ਕੁਝ ਦਿਨ ਪਹਿਲਾਂ ਹੀ ਕੀਰਤਨ ਦੇ ਵਿੱਚ ਸੁਣ ਰਿਹਾ ਸਾਂ, ਗੁਰੂ ਸਾਹਿਬ ਜੀ ਦਾ ਵਾਕ ਸੀ, ਇਨ ਦੂਤਨ ਖਲ ਬੱਧ ਕਰ ਮਾਰਿਓ, ਵੱਡੋ ਨਿਲਾਜ ਅਜਹੂ ਨਹੀਂ ਹਾਰਿਓ। ਸ਼ਬਦ ਤਾਂ ਅਸੀਂ ਸਾਰੇ ਸੁਣਦੇ ਹਾਂ ਕੀਰਤਨ ਦੇ ਵਿੱਚ, ਰਾਗੀ ਵੀ ਬੜੇ ਮਨੋਹਰ ਢੰਗ ਨਾਲ ਗਾਉਂਦੇ ਨੇ, ਪਰ ਇਸ ਸ਼ਬਦ ਦੇ ਵਿੱਚ ਜਦੋਂ ਉਤਰਾਂਗੇ ਇਸ ਪੰਕਤੀ ਦੇ ਅੰਦਰ, ਤਾਂ ਬੜੀ ਪਰੇਸ਼ਾਨੀ ਪੈਦਾ ਹੋਏਗੀ। ਪਰੇਸ਼ਾਨੀ ਸ਼ਬਦ ਕੀ ਕਹਿ ਰਿਹਾ? ਇਨ ਦੂਤਨ ਖਲ ਬੱਧ ਕਰ ਮਾਰਿਓ। ਜਦੋਂ ਕਿਸੇ ਪੁਰਾਣੇ, ਅੱਜ ਵੀ ਕਾਨੂੰਨ ਦੇ ਵਿੱਚ ਕੋਈ ਵੱਡਾ ਅਪਰਾਧੀ ਹੋਵੇ ਅਤੇ ਉਹ ਆਪਣਾ ਅਪਰਾਧ ਨਾ ਕਬੂਲੇ, ਤਾਂ ਉਹਨੂੰ ਚਮੜੇ ਦੇ ਪਟੇ ਨਾਲ ਕੁੱਟਿਆ ਜਾਂਦਾ ਅਤੇ ਉਹਦੀ ਚਮੜੀ ਉਧੇੜੀ ਜਾਂਦੀ ਹੈ। ਅਤੇ ਸ਼ਬਦ ਵਿੱਚ ਜ਼ਿਕਰ ਆ ਰਿਹਾ ਕਿ ਇਹਨਾਂ ਪੰਜਾਂ ਵਕਾਰਾਂ ਨੇ, ਇਨ ਦੂਤਨ ਖਲ ਬੱਧ, ਚਮੜੀ ਉਤਾਰਨ ਵਾਲੀ ਮਾਰਦੇ ਨੇ ਤਾਂ ਮੈਨੂੰ ਨਾਲ ਮਾਰਿਆ। ਚਮੜੀ, ਹੁਣ ਇਹਦਾ ਗਹਿਰਾ ਗਿਆਨ ਕੀ ਹੈ ਕਿ ਮੇਰੇ ਜਿਹੜੇ ਅੰਦਰਲਾ ਮਨ ਹੈ, ਉਹ ਕਲਪਨਾ ਕਰਕੇ, ਅਹਿਸਾਸ ਕਰਕੇ, ਯਤਨ ਕਰਕੇ, ਉਹ ਭਟਕਣਾ ਕਰਕੇ ਸਾਰਾ ਵਿਕਾਰਾਂ ਦੇ ਅਧੀਨ ਹੋਇਆ ਪਿਆ ਹੈ। ਅਤੇ ਕਦੀ ਵਿਕਾਰ ਕਲਪਨਾ ਕਰਕੇ ਮੇਰੀ ਛਿੱਲ ਲਾ ਦਿੰਦੇ ਨੇ, ਕਦੀ ਉਹ ਯਤਨ ਕਰਕੇ ਲਾ ਦਿੰਦੇ ਨੇ, ਕਦੀ ਅਹਿਸਾਸ ਕਰਕੇ ਲਾ ਦਿੰਦੇ ਨੇ, ਕਦੀ ਭਟਕਣ ਕਰਕੇ ਲਾ ਦਿੰਦੇ ਨੇ। ਮਤਲਬ ਹੈ ਸ਼ਬਦ ਦਾ ਵਾਕ, ਪਰ ਜਿਹੜਾ ਬੰਦਾ ਵਿਕਾਰਾਂ ਦੇ ਤਲ 'ਤੇ ਆਪਣੇ ਜੀਵਨ ਦੀ ਅਨੁਭਵ ਅਵਸਥਾ ਦੀ ਗਹਿਰਾਈ ਮਾਪੇਗਾ, ਉਹਦੇ ਲਈ ਇਹ ਸ਼ਬਦ ਪਰੇਸ਼ਾਨੀ ਜ਼ਰੂਰ ਪੈਦਾ ਕਰੇਗਾ। ਇਸ ਕਰਕੇ ਮੈਨੂੰ ਨਾ ਇੱਕ ਪਾਕਿਸਤਾਨ ਦੇ ਸ਼ਾਇਰ ਦੀ ਗੱਲ ਯਾਦ ਆਉਂਦੀ ਹੈ। ਕਹਿੰਦਾ ਕਿ ਜਦੋਂ ਤੱਕ ਜਿਹੜਾ ਨਾ ਬੁੱਧੀ ਦਾ ਭਾਂਡਾ ਬੰਦ ਰਵੇ, ਤਾਂ ਬੰਦਾ ਲੱਖਾਂ ਵਾਕ ਪੜ੍ਹ ਜਾਂਦਾ ਹੈ, ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਜਦੋਂ ਪਾਠ ਦੀ ਗੱਲ ਗੁਰਬਾਣੀ ਵਿੱਚ ਕਈ ਥਾਵਾਂ ਨਿਸ਼ੇਧ ਆਇਆ ਨਾ ਕਿ ਪਾਠ ਕਿ ਮਤਲਬ ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਉਹ ਜਿਹੜੀ ਗੱਲ ਥੋੜ੍ਹਾ ਇਨਕਾਰ ਕੀਤਾ ਭਗਤ ਸਾਹਿਬਾਨਾਂ ਨੇ, ਉਹੀ ਉਹਨਾਂ ਨੇ ਕਿਹਾ। ਜਿਵੇਂ ਗੁਰਬਾਣੀ 'ਚ ਦੇਖੋ, ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਉੱਥੇ ਸਮੁੱਚਾ ਨਹੀਂ ਕਿਹਾ ਹੋਇਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇੱਕ ਨੁਕਤੇ 'ਤੇ ਆਉਣਾ, ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਪਏ ਮਿਲ ਗਿਆ, ਪਰਿਆ ਕਲੇਜੇ ਛੇ। ਕਹਿੰਦੇ ਲਾਗਤ ਹੀ, ਜਦੋਂ ਗੁਰੂ ਸ਼ਬਦ ਹਿਰਦੇ ਅੰਦਰ ਲੱਗਿਆ, ਜੀਵਨ ਦਾ ਸਮੁੱਚਾ ਗਿਆਨ ਸਮਝ ਆ ਗਿਆ। ਇਸ ਕਰਕੇ ਸ਼ਬਦ ਦੇ ਅੰਦਰ ਆਪਣੇ ਆਪ ਨੂੰ ਪਾਉਣਾ ਸ਼ੁਰੂ ਕਰੀਏ। ਅਸੀਂ ਕੀ ਕਰਦੇ ਹਾਂ? ਅਸੀਂ ਸ਼ਬਦ ਦੇ ਅਨੁਸਾਰ ਹੋਣ ਦੀ ਬਜਾਏ ਸ਼ਬਦ ਨੂੰ ਆਪਣੇ ਅਨੁਸਾਰ ਕਰਦੇ ਹਾਂ। ਇਸ ਕਰਕੇ ਜਦੋਂ ਵੀ ਬਾਣੀ ਪੜ੍ਹਨੀ ਹੈ, ਕੀਰਤਨ ਸ਼ਰਵਣ ਕਰਨਾ ਹੈ, ਜਾਂ ਹੋਰ ਸਾਰਾ ਅਧਿਆਤਮ ਕਰਮ ਕਰਨਾ ਹੈ, ਤਾਂ ਉਦੋਂ ਉਸ ਚੀਜ਼ ਦੇ ਅੰਦਰ ਆਪਣਾ ਆਪ ਲਿਜਾਓ। ਆਪਣੇ ਆਪ ਲਿਜਾਣ ਦਾ ਮਤਲਬ ਹੈ ਕਿ ਜਿਵੇਂ ਦੀ ਸ਼ਬਦ ਦੀ ਅਵਸਥਾ ਹੈ, ਉਹਨੂੰ ਗਹਿਰਿਆਂ ਮਹਿਸੂਸ ਕਰੋ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਲਾਗਤ ਹੀ ਪੋਏ ਮਿਲ ਗਿਆ। ਹੁਣ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ, ਪੋਏ ਮਿਲ ਗਿਆ, ਜ਼ਮੀਨ ਹੋ ਗਿਆ, ਤਰਤ ਹੋ ਗਿਆ ਜਦੋਂ ਸਤਿਗੁਰੂ ਦੇ ਭਾਵ ਡਿੱਗ ਪਿਆ। ਹੁਣ ਇਹਦਾ ਭਾਵ ਕੀ ਹੈ ਕਿ ਮਨੁੱਖ ਦੀ ਹਉਮੈ ਵਾਲੀ ਹਸਤੀ ਬਣੀ ਹੁੰਦੀ ਹੈ। ਉਹ ਬੜਿਆਂ ਪੱਖਾਂ ਤੋਂ ਆਪਣੇ ਆਪ ਨੂੰ ਉੱਤਮ ਸਮਝਦਾ ਹੈ, ਬੜਾ ਧੀਰਗ ਜਾਣਦਾ ਹੈ, ਮਾਨ ਦੇ ਵਿੱਚ ਮੱਤਿਆ ਹੁੰਦਾ ਹੈ, ਵਿਕਾਰਾਂ ਦਾ ਗੁਲਾਮ ਬਣਿਆ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਲਾਗਤ ਹੀ, ਜਦੋਂ ਹੀ ਸ਼ਬਦ ਦਾ ਉਪਦੇਸ਼ ਮੇਰੇ ਹਿਰਦੇ ਅੰਦਰ ਲੱਗਿਆ, ਮਿਲ ਗਿਆ,
ਤਾਂ ਉਸੇ ਵਕਤ ਹੀ ਮੇਰੀ ਜੀਵਨ ਦੀ ਸਾਰੀ ਸੁੱਧ ਜ਼ਮੀਨ ਦੇ ਨਾਲ ਅਹੰਕਾਰ ਨਿਵਰਤ ਹੋ ਕੇ ਨਿਮਰਤਾ ਬਣ ਗਈ। ਵਕਾਰਾਂ ਦੀ ਭਟਕਣ ਨਿਮਰਤਾ ਹੋ ਕੇ ਸੰਤੋਖ ਬਣ ਗਈ ਅਤੇ ਪਰਿਆ ਕਲੇਜੇ ਛੇਕ। ਇਸ ਕਰਕੇ ਕਹਿੰਦੇ ਹੁਣ ਫਿਰ ਸਤਿਗੁਰੂ ਨੇ ਉਸ ਸ਼ਬਦ ਦੇ ਬਾਣ ਨਾਲ ਕਲੇਜੇ ਵਿੱਚ ਛੇਕ ਪਾ ਦਿੱਤਾ। ਇਸ ਕਰਕੇ ਇਹਦੇ ਵਿੱਚ ਇੱਕ ਹੋਰ ਵੀ ਅਨੁਭਵ ਹੈ। ਇਹਦੇ ਵਿੱਚ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਪਰਿਆ ਕਲੇਜੇ ਛੇਕ, ਤਾਂ ਕੀ ਹੁੰਦਾ ਸੀ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜੰਗ ਯੁੱਧ ਹੁੰਦੇ ਸਨ ਤਾਂ ਕਈ ਬੰਦਿਆਂ ਦੇ ਸੀਨੇ ਵਿੱਚ ਤੀਰ ਲੱਗ ਜਾਂਦਾ ਸੀ ਤਾਂ ਉਹਦੀ ਸਾਰੀ ਦਰਦ ਨੂੰ ਜਰ ਕੇ ਤਾਂ ਉਹ ਤਾਂ ਵੀ ਜੰਗ ਦੇ ਵਿੱਚ ਲੜਦੇ ਸਨ। ਇੱਥੇ ਕਲੇਜੇ ਛੇਕ ਦਾ ਮਤਲਬ ਕੀ ਹੈ ਕਿ ਹੁਣ ਉਂਝ ਠੀਕ ਹੈ, ਹੁਣ ਜਦੋਂ ਦਾ ਗੁਰੂ ਸ਼ਬਦ ਮੇਰੇ ਹਿਰਦੇ ਅੰਦਰ ਸੱਲ ਲੱਗਾ ਹੈ ਉਦੋਂ ਤੋਂ ਮੈਂ ਉਸੇ ਪੀੜ ਦੇ ਨਾਲ ਜਿਉਂ ਰਿਹਾ ਹਾਂ, ਭਾਵ ਭਗਤੀ ਰੂਪ ਪੀੜ। ਹੁਣ ਭਗਤੀ ਰੂਪ ਪੀੜ ਕੀ ਹੁੰਦੀ ਹੈ? ਹੁਣ ਪਹਿਲਾਂ ਸਾਡੇ ਜੀਵਨ ਦੇ ਵਿੱਚ ਗਿਆਨ ਨਹੀਂ ਸੀ। ਸਤਿਗੁਰੂ ਦੇ ਸ਼ਬਦ ਨਾਲ ਜਦੋਂ ਸੁਰਤ ਜਾਗੀ ਤਾਂ ਜੀਵਨ ਦਾ ਹਰ ਇੱਕ ਵਰਤਾਰਾ ਬੜਾ ਗੁਹਜ ਲੱਗਣ ਲੱਗ ਪਿਆ। ਇਸ ਕਰਕੇ ਜਦੋਂ ਗੁਰਬਾਣੀ ਵਿੱਚ ਵਾਕ ਆਉਂਦੇ ਆ ਨਾ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਈ, ਤਾਂ ਉਹ ਇੱਕ ਪੀੜ ਹੈ। ਉਹ ਵੱਖਰੀ ਗੱਲ ਹੈ ਕਿ ਅਸੀਂ ਉਹਨੂੰ ਕੀਰਤਨ ਵਿੱਚ ਮਹਿਸੂਸ ਕਰਦੇ ਹਾਂ, ਪਰ ਇੱਕ ਪੀੜ ਹੈ ਬੰਦੇ ਦੀ ਜਿਹੜੀ ਭਗਤ ਸਾਹਿਬਾਨਾਂ ਨੇ ਅਰਜ਼ ਕੀਤੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਿਆ ਕਲੇਜੇ ਛੇਕ। ਇਸ ਕਰਕੇ ਮੈਂ ਹੁਣ ਉਸ ਦਰਦ ਨਾਲ ਜਿਉਂ ਰਿਹਾ ਹਾਂ ਜਿਹਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਜੇ ਤੇਰੇ ਕੋਲੋਂ ਗੁਰੂ ਕਾ ਇੱਕ ਦਿਨ ਨੇਮ ਖੁੱਸਣ ਦੇ ਨਾਲ ਤੈਨੂੰ ਆਪਣਾ ਆਪ ਮਲੀਨ ਪਛਤਾਵੇ ਭਰਿਆ ਜਾਂ ਹੀਣਾ ਮਹਿਸੂਸ ਨਹੀਂ ਆਉਂਦਾ, ਇਹਦਾ ਮਤਲਬ ਤੇਰੇ ਅਜੇ ਜਿਹੜਾ ਹੈ ਕਲੇਜੇ ਵਿੱਚ ਤੀਰ ਲੱਗਿਆ ਨਹੀਂ, ਕਿਉਂਕਿ ਤੇਰੇ ਅੰਦਰ ਪੀੜ ਹੀ ਨਹੀਂ ਹੈ। ਪੀੜ ਹੋਵੇਗਾ ਤੇ ਪੀੜ ਦੇ ਵਿੱਚੋਂ ਤੇਰੀ ਚੀਕ ਬਣੇਗੀ ਅਤੇ ਚੀਕ ਦੇ ਵਿੱਚੋਂ ਤੇਰੇ ਦਰਦ ਦੀ ਸ਼ੁੱਧਤਾ ਬਾਹਰ ਆਏਗੀ ਅਤੇ ਦਰਦ ਦੀ ਸ਼ੁੱਧਤਾ ਬਾਹਰ ਆਏਗੀ ਅਤੇ ਦਰਦ ਦੀ ਸ਼ੁੱਧਤਾ ਤੋਂ ਹੀ ਪਤਾ ਲੱਗੇਗਾ ਤੂੰ ਕਿੰਨਾ ਉਹਦੇ ਨਾਲ ਰੱਤਿਆ ਹੋਇਆ ਹੈ। ਹੁਣ ਜਿਵੇਂ ਬੰਦੇ ਨੂੰ ਕੋਈ ਰੋਗ ਹੋਵੇ, ਛੋਟੀ ਜਿਹੀ ਚੀਕ ਮਾਰੇ, ਅਸੀਂ ਚੀਕ ਤੋਂ ਅੰਦਾਜ਼ਾ ਲਗਾ ਲੈਂਦੇ ਵੀ ਰੋਗ ਕੋਈ ਬਹੁਤਾ ਗਹਿਰਾ ਨਹੀਂ ਹੈ। ਬਹੁਤ ਉੱਚੀ ਮਾਰੇ ਤਾਂ ਪਤਾ ਲੱਗ ਜਾਂਦਾ ਕਿ ਬਹੁਤ ਵੱਡੀ ਸਮੱਸਿਆ 'ਚ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਿਆ ਕਲੇਜੇ ਛੇਕ, ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਸ਼ਬਦ ਦਾ ਤੀਰ ਲੱਗ ਗਿਆ ਉਹਨਾਂ ਦਾ ਜੀਵਨ ਆਮ ਤਰਜ ਵਾਲਾ ਨਹੀਂ ਹੁੰਦਾ। ਇਸ ਕਰਕੇ ਮੈਂ ਕਿਸੇ ਮਹਾਤਮਾ ਪੁਰਖ ਦੇ ਅਨੁਭਵ ਵਾਕ ਪੜ੍ਹੇ ਸਨ। ਕਹਿੰਦਾ ਜਿਹੜੀ ਭਗਤੀ ਦਾ ਸਿੰਘਾਸਣ ਹੈ ਨਾ ਉਹ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਇੱਕ ਵਾਰੀ ਬੰਦਾ ਕੰਡਿਆਂ ਦੀ ਸੇਜ 'ਤੇ ਸੌਂ ਜਾਏ। ਕੰਡਿਆਂ 'ਤੇ ਸੇਜ ਦੀ ਸੌਣ ਦਾ ਮਤਲਬ ਕੀ ਹੈ ਕਿ ਹੁਣ ਮੈਂ ਆਪਣੀ ਨਿੱਜ ਦਾ ਅਨੁਭਵ ਦਾ ਆਪਦੇ ਸਨਮੁਖ ਰੱਖਦਾ ਕਿ ਸ਼ਬਦ ਦੀ ਵਿਆਖਿਆ ਉਂਝ ਸੌਖੀ ਹੈ, 45 ਮਿੰਟ ਬੋਲਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਪਰ ਜਦੋਂ ਕਿਤੇ ਸ਼ਬਦ ਦੀ ਅਵਸਥਾ ਆਪਣੇ ਮਨ ਮਤ ਬੁੱਧ 'ਤੇ ਸਵਾਰ ਹੋ ਜਾਂਦੀ ਹੈ ਫਿਰ ਕਈ ਦਿਨ ਪਛੇਮਾਨੀ ਬਣੀ ਰਹਿੰਦੀ ਹੈ ਕਿ ਸ਼ਬਦ ਸਾਨੂੰ ਇਸ ਉਚਾਈ ਦੀ ਗੱਲ ਦੱਸ ਰਿਹਾ ਅਤੇ ਸਾਡਾ ਜੀਵਨ ਇਸ ਉਚਾਈ 'ਤੇ ਜਾ ਕਿਉਂ ਨਹੀਂ ਰਿਹਾ, ਸਾਡਾ ਜੀਵਨ ਨਿਵਾਣ ਵਿੱਚ ਕਿਉਂ ਆ, ਜਾਂ ਅਸੀਂ ਸ਼ਬਦ ਦੇ ਅਨੁਸਾਰ ਪੂਰਾ ਢਲ ਕਿਉਂ ਨਹੀਂ ਰਹੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਿਆ ਕਲੇਜੇ ਛੇਕ। ਹੁਣ ਭਗਤ ਕਬੀਰ ਸਾਹਿਬ ਜੀ ਦੇ ਸੰਦਰਭ 'ਚ ਹੀ ਗੱਲ ਆਪਦੇ ਸਨਮੁਖ ਰੱਖਦੇ ਹਾਂ ਤਾਂ ਕਿ ਵਧੇਰੇ ਸਪਸ਼ਟ ਹੋ ਜਾਏ। ਭਗਤ ਕਬੀਰ ਸਾਹਿਬ ਜੀ ਨੂੰ ਗੁਰੂ ਸਰੂਪ ਦੀ ਲੋੜ ਪਈ ਤਾਂ ਹੁਣ ਸ਼ੂਦਰ ਵਰਣ ਵਿੱਚੋਂ ਸਾਨੂੰ ਕੋਈ ਦੀਖਿਆ ਨਹੀਂ ਦੇਗਾ। ਫਿਰ ਯਤਨ ਸੁੱਝਿਆ ਕਿ ਰਸਤੇ ਵਿੱਚ ਜਾ ਕੇ ਲੰਮੇ ਪੈ ਜਾਣਾ। ਭਗਤ ਰਾਮਾਨੰਦ ਜੀ ਟਕਰਾਏ, ਉਹਨਾਂ ਨੇ ਕਿਹਾ ਉੱਠੋ ਭਾਈ ਰਾਮ ਕੇ ਰਾਮ ਕਹੋ। ਇਹ ਇੱਕੋ ਵਾਕ ਕਿਹਾ ਭਗਤ ਕਬੀਰ ਸਾਹਿਬ ਜੀ ਨੂੰ ਭਗਤ ਰਾਮਾਨੰਦ ਜੀ ਨੇ। ਉਸ ਦਿਨ ਤੋਂ ਰਾਮ ਨਾਮ ਦਾ ਅਭਿਆਸ ਕਰਨ ਲੱਗ ਪਏ, ਸ਼ਬਦ ਦੇ ਨਾਲ ਸੁਰਤ ਗੁੜ ਜਿਹੜੀ ਸੰਤਾਂ ਦਾ ਸੰਗ ਕੀਤਾ। ਅਤੇ ਜਦੋਂ ਭਗਤ ਕਬੀਰ ਸਾਹਿਬ ਜੀ ਦੀ ਹਰੇਕ ਗਿਆਨ ਦੀ ਮਜਲਿਸ ਵਿੱਚ ਚਰਚਾ ਹੋਣ ਲੱਗ ਪਈ ਅਤੇ ਕਿਸੇ ਨੇ ਜਾ ਕੇ ਕਿਹਾ ਭਗਤ ਰਾਮਾਨੰਦ ਜੀ ਨੂੰ ਕਿ ਤੁਹਾਡੇ ਤੋਂ ਦੀਖਿਤ ਹੋਏ ਭਗਤ ਕਬੀਰ ਸਾਹਿਬ ਜੀ ਅੱਜ ਬੜੇ ਵੱਡੇ ਗਿਆਨੀ ਹਨ, ਤੁਹਾਡੀ ਇਹਦੇ ਬਾਰੇ ਕੀ ਰਾਏ ਹੈ? ਤਾਂ ਭਗਤ ਰਾਮਾਨੰਦ ਜੀ ਨੇ ਕਿਹਾ ਕਿ ਇਹ ਉੱਤਮ ਸਿੱਖ ਹੈ। ਉੱਤਮ ਸਿੱਖ ਦਾ ਭਾਵ ਕਿ ਉਹਨੇ ਉਸ ਪੂਰੇ ਢੰਗ ਦੇ ਨਾਲ ਉਪਦੇਸ਼ ਵੀ ਨਹੀਂ ਲਿਆ ਜਿਵੇਂ ਲਿਆ ਜਾਂਦਾ ਹੈ, ਭਾਵ ਕਿ ਪੂਰੀ ਤਰ੍ਹਾਂ ਚਰਨਾਂ ਪਾਸ ਬੈਠ ਕੇ ਕੋਈ ਪ੍ਰਸ਼ਨ ਵੀ ਨਹੀਂ ਕੀਤਾ, ਕੋਈ ਜਗਿਆਸਾ ਨਹੀਂ, ਬਸ ਜੋ ਗੁਰੂ ਕਾ ਵਾਕ ਹੋ ਗਿਆ ਇੱਕ ਵਾਰੀ ਉਹਦੇ ਅਨੁਸਾਰ ਹੀ ਚੱਲ ਪੈਣਾ। ਉਹਨਾਂ ਕਿਹਾ ਇਹ ਉੱਤਮ ਸਿੱਖ ਹੈ ਅਤੇ ਜਿਹੜਾ ਉੱਤਮ ਸਿੱਖ ਹੋਏ ਉਹੀ ਗੁਰੂ ਉਪਦੇਸ਼ ਦੀ ਮਾਰਗ 'ਤੇ ਚੱਲ ਸਕਦਾ, ਜਿਹਨੂੰ ਅਸੀਂ ਅਕਸਰ ਬਾਣੀ 'ਚ ਪੜ੍ਹਦੇ ਹਾਂ ਗੁਰ ਕੇ ਭਾਣੇ ਵਿੱਚ ਆਵੈ, ਕਿ ਇੱਕ ਦਫਾ ਸੁਣ ਕੇ ਹੀ ਆਪਣੇ ਜੀਵਨ ਨੂੰ ਉਸ ਤਰਫ ਨਾਲ ਜੋੜ ਲੈਣਾ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਜਦੋਂ ਸਤਿਗੁਰੂ ਦਾ ਇਸ ਕਰਕੇ ਸਤਿਗੁਰੂ ਦੇ ਸਾਰੇ ਉਪਦੇਸ਼ ਦੀ ਰੂਪ ਨੇ। ਦਰਅਸਲ ਗੱਲ ਕੀ ਹੈ ਕਿ ਸਾਡਾ ਹਿਰਦਾ ਕਠੋਰ ਹੈ, ਅਸੀਂ ਉਹਨੇ ਅਤੀਤ ਨਹੀਂ। ਜਿਵੇਂ ਸ਼ਬਦ ਦੀ ਤਾਂ ਗੱਲ ਕੀ ਕਰ ਲਈਏ, ਅਸੀਂ ਆਮ ਦੁਨਿਆਵੀ ਜੁਗਤ ਦੀ ਗੱਲ ਕਰੀਏ ਨਾ, ਕਿਸੇ ਬੰਦੇ ਦੇ ਚਿਹਰੇ ਦੀ ਉਦਾਸੀ
ਉਹਦੀਆਂ ਅੱਖਾਂ ਦੇ ਵਿੱਚ ਉਤਰਿਆ ਹੋਇਆ ਥੋੜ੍ਹਾ ਪਾਣੀ, ਉਹਦੇ ਚਿਹਰੇ 'ਤੇ ਮਾਯੂਸੀ ਜਾਂ ਉਹਦੀ ਚੀਕ ਦੇ ਵਿੱਚ ਕਿਹੋ ਜਿਹਾ ਦਰਦ ਹੈ, ਸਾਨੂੰ ਤਾਂ ਇਹਦੀ ਪਛਾਣ ਨਹੀਂ ਹੈ। ਜਿਹੜਾ ਭਗਤ ਦਾ ਇੰਟੈਂਸਿਵ ਹਿਰਦਾ ਹੁੰਦਾ ਹੈ, ਉਹਦੇ ਵਿੱਚ ਮੌਲਾਨਾ ਰੂਮੀ ਨੇ ਇੱਕ ਜਗ੍ਹਾ ਕਿਹਾ ਹੋਇਆ, ਜਿਹੜਾ ਅਸੀਂ ਬਾਣੀ 'ਚ ਵਾਕ ਹੈ ਨਾ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਕਹਿੰਦੇ ਜਿਹੜਾ ਭਗਤ ਹੈ ਉਹ ਇੰਨੀ ਕੋਮਲਤਾ ਵਾਲਾ ਜੀਵਨ ਜਿਉਂਦਾ ਹੈ ਕਿ ਜਿਹੜਾ ਇੱਕ ਰੁੱਖ ਦੇ ਨਾਲ ਉਹ ਪੀਲਾ ਜਰਦ ਹੋ ਕੇ ਸੁੱਕ ਕੇ ਪੱਤਾ ਝੜ ਰਿਹਾ ਹੈ, ਟੁੱਟ ਰਿਹਾ, ਭਗਤ ਨੂੰ ਉਹਦੀ ਵੀ ਪੀੜ ਹੁੰਦੀ ਹੈ। ਮਤਲਬ ਉਹ ਧਰਤੀ ਦੀ ਹਰੇਕ ਦੁੱਖ ਦੇ ਨਾਲ, ਹਰੇਕ ਵਰਤਾਰੇ ਦੇ ਨਾਲ ਇੰਨਾ ਬਰੀਕੀ ਨਾਲ ਜੁੜਿਆ ਹੁੰਦਾ ਹੈ। ਤਾਂ ਕਰਕੇ ਸੰਤ ਸਾਰੀ ਸ੍ਰਿਸ਼ਟੀ ਦੀ ਸੇਵਾ ਕਰ ਲੈਂਦਾ ਹੈ, ਕਿਉਂਕਿ ਉਹਨੂੰ ਹਰੇਕ ਦਾ ਦਰਦ ਆਪਣੇ ਅੰਦਰ ਮਹਿਸੂਸ ਹੁੰਦਾ ਹੈ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਜੇ ਸਾਡਾ ਹਿਰਦਾ ਕੋਮਲ ਹੋਏਗਾ, ਅਤੇ ਕੋਮਲ ਕਿਵੇਂ ਹੋਏਗਾ? ਜਦੋਂ ਗੁਰੂ ਸ਼ਬਦ ਦੇ ਨਾਲ, ਕੀਰਤਨ ਦੇ ਨਾਲ ਇਹਨੂੰ ਬਹੁਤ ਜ਼ਿਆਦਾ ਸਿੰਜਾਂਗੇ। ਇਸ ਕਰਕੇ ਦੇਖੋ, ਕਿਸਾਨ ਫਸਲ ਬੀਜਦੇ ਨੇ ਅਤੇ ਉਹ ਪਹਿਲਾਂ ਢੇਲੇ ਭੰਨਦੇ ਨੇ ਹਲ ਦੇ ਨਾਲ, ਪਾਣੀ ਲਗਾ ਕੇ ਬਿਲਕੁਲ ਨਰਮ ਕਰਦੇ ਨੇ, ਫਿਰ ਬੀਜ ਬੋਂਦੇ ਨੇ ਉਹਦੇ ਅੰਦਰ। ਅਤੇ ਜੇ ਅਸੀਂ ਕੀਰਤਨ ਦੇ ਨਾਲ ਆਪਣਾ ਹਿਰਦਾ ਦਰਵਿਆ ਕਿਵੇਂ ਜਾਂਦਾ? ਹਿਰਦਾ ਦਰਵਣਾ ਅਤੇ ਉਹਦੇ ਅੰਦਰ ਗਿਆਨ ਦਾ ਬੀਜ ਬੀਜਣਾ, ਇਹ ਦੋ ਇਕੱਠੀ ਸਾਧਨਾ ਕਰਨੀ ਪੈਂਦੀ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਲਾਗਤ ਹੀ ਪੋਏ ਮਿਲ ਗਿਆ, ਗੁਰੂ ਦੇ ਸ਼ਬਦ ਨਾਲ ਹਉਮੈ ਨਿਵਰਤ ਹੋ ਗਈ, ਵਕਾਰਾਂ ਦੀ ਭਟਕਣ ਰੁਕ ਗਈ, ਜੀਵਨ ਦੇ ਵਿੱਚ ਟਿਕਾ ਦੇ ਸਹਿਤ ਆ ਕੇ ਸਤਿਗੁਰੂ ਦੇ ਸ਼ਬਦ ਦੇ ਨਿਸ਼ਾਨ ਨੂੰ ਹਿਰਦੇ ਅੰਦਰ ਧਾਰਨ ਕਰ ਲਿਆ, ਅਤੇ ਫਿਰ ਆਪਣੇ ਜੀਵਨ ਨੂੰ ਉੱਚੀ ਸੁੱਚੀ ਪਵਿੱਤਰਤਾ ਦੇ ਵਿੱਚ ਜੀਵਿਆ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਅਗਲਾ ਸ਼ਲੋਕ ਵੀ ਇਸੇ ਸ਼ਲੋਕ ਦੇ ਨਾਲ ਜੁੜਦਾ, ਸਮੇਂ ਦੇ ਵਿਸਥਾਰ ਕਰਕੇ ਕੱਲ੍ਹ ਆਪਦੇ ਸਨਮੁਖ ਵਿਚਾਰ ਰੱਖਾਂਗਾ ਜੀ। ਨਿਰੰਤਰ ਜੁੜੇ ਰਹਿਣਾ ਜੀ। ਭੁੱਲਾਂ ਖਿਮਾਂ ਦੀ ਜਾਚਨਾ, ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।